ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ। ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਅੱਜ ਫਿਰ ਇੱਕ ਵਾਰ ਰੂਬਰੂ ਹੋਇਆ। ਤਾਂ ਅੱਜ ਮੇਰੇ ਨਾਲ ਇਹ ਸ਼ਖਸੀਅਤਾਂ ਜੁੜੀਆਂ ਨੇ। ਇਹ ਕਿਸੇ ਇੰਟਰੋਡਕਸ਼ਨ ਦੀ ਮੁਹਤਾਜ ਨਹੀਂ ਨੇ, ਤੁਸੀਂ ਜਾਣਦੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣੂ ਕਰਵਾਉਣਾ, ਮੇਰੇ ਖੱਬੇ ਪਾਸੇ ਬੈਠੇ ਹਨ ਰਾਕੇਸ਼ ਕੁਮਾਰ ਰੋਮਾ, ਇਹਨਾਂ ਦੀ ਪਤਨੀ ਸਪਨਾ ਰਾਣੀ ਮੌਜੂਦਾ ਕੌਂਸਲਰ ਹਨ। ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲੇ, ਇਹਨਾਂ ਦੀ ਪਤਨੀ ਮੋਨਿਕਾ ਗਰਗ ਕੌਂਸਲਰ ਨੇ। ਮਨੋਜ ਕੁਮਾਰ ਮੁੰਨਾ ਇਹ ਆਪ ਵੀ ਕੌਂਸਲਰ ਨੇ ਤੇ ਇਹਨਾਂ ਦੇ ਮਾਤਾ ਜੀ ਵੀ ਮੌਜੂਦਾ ਕੌਂਸਲਰ ਨੇ। ਕਸ਼ਮੀਰੀ ਲਾਲ ਜੀ ਇਹ ਮੌਜੂਦਾ ਕੌਂਸਲਰ ਨੇ। ਤਾਂ ਕੌਂਸਲਰਾਂ ਤੋਂ ਬਾਅਦ ਜੇ ਮੈਂ ਹੁਣ ਜਾਣੂ ਕਰਵਾਵਾਂ ਤਾਂ ਇਹ ਇਹਨਾਂ ਦੀ ਪਤਨੀ ਮੋਨਿਕਾ ਗਰਗ ਜੋ ਕਿ ਮੀਤ ਪ੍ਰਧਾਨ ਨੇ, ਔਰ ਕਸ਼ਮੀਰੀ ਲਾਲ ਗਰਗ ਜੀ ਇਹ ਸੀਨੀਅਰ ਮੀਤ ਪ੍ਰਧਾਨ ਨੇ। ਇਹ ਦੋ ਰੁਤਬੇ ਇਹਨਾਂ ਨੂੰ ਮਿਲੇ ਜਦੋਂ ਕਿ ਅਖਬਾਰਾਂ ਦੀਆਂ ਸੁਰਖੀਆਂ ਵੀ ਬਣੇ, ਪਰ ਇਹਨਾਂ ਨੇ ਐਕਸੈਪਟ ਨਹੀਂ ਕੀਤੇ। ਔਰ ਜਦੋਂ ਕਿ ਪ੍ਰਧਾਨਗੀ ਦਾ ਜੋ ਮੈਂ ਕਹਿ ਸਕਦਾ ਕਿ ਜੋ ਇੱਥੇ ਚੱਲ ਰਿਹਾ ਹੈ, ਵਿਵਾਦ ਚੱਲ ਰਿਹਾ, ਉਹ ਅੱਜ ਵੀ ਬਰਕਰਾਰ ਹੈ। ਮਨਮੋਹਨ ਤਿੰਗੜਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਜਾਂਦਾ ਹੈ। ਉਸ ਤੋਂ ਬਾਅਦ ਜੋ ਵਿਵਾਦ ਚੱਲ ਰਿਹਾ ਹੈ ਤਾਂ ਉਹ ਵਿਵਾਦ ਅੱਜ ਉਸੇ ਤਰ੍ਹਾਂ ਕਾਇਮ ਹੈ। ਪਰਸੋਂ ਜੋ ਇੱਕ ਪਹਿਲੀ ਹਾਊਸ ਦੀ ਮੀਟਿੰਗ ਰੱਖੀ ਗਈ, ਉਸ ਮੀਟਿੰਗ ਦੇ ਵਿੱਚ ਕੁਝ ਮਤੇ ਪਾਏ ਗਏ। ਉਸ ਮਤਿਆਂ ਨੂੰ ਜਦੋਂ 3 ਮਤੇ ਹੀ ਪੜੇ ਤਾਂ 8 ਕੌਂਸਲਰਾਂ ਨੇ ਉਹ ਮਤੇ ਨਾਮਨਜ਼ੂਰ ਕਰਦੇ ਹੋਏ ਮੀਟਿੰਗ ਨੂੰ ਮੁਲਤਵੀ ਕਰਨਾ ਪਿਆ। ਤਾਂ ਦੋਸਤੋ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਜਾਣੂ ਕਰਵਾ ਦਿੰਦਾ ਕਿ ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲੇ, ਸਭ ਤੋਂ ਪਹਿਲਾਂ ਮੈਂ ਇਹਨਾਂ ਤੋਂ ਜਾਣਨਾ ਚਾਹਾਂਗਾ ਕਿ ਸਰ ਤੁਸੀਂ ਇੱਕ ਪਹਿਲਾਂ ਵੀ ਇਸ ਦੇ ਵਿੱਚ ਤੁਹਾਡਾ ਬਹੁਤ ਐਕਸਪੀਰੀਅੰਸ ਰਿਹਾ ਹੈ, ਨਗਰ ਕੌਂਸਲ ਦੇ ਵਿੱਚ ਤੁਸੀਂ ਵੀ ਕੌਂਸਲਰ ਰਹੇ ਹੋ। ਤਾਂ ਦੇਖੋ, ਜਿੱਥੇ ਉਸ ਦਿਨ ਮਤੇ ਪਾਸ ਹੋਏ, ਉਹ ਮਤੇ ਜੋ ਵੀ ਸਨ ਕਿਸੇ ਸਮਾਜ ਸੇਵਾ ਦੇ ਜਾਂ ਗੁਨਿਆਣਾ ਦੀ ਡਿਵੈਲਪਮੈਂਟ ਵਾਸਤੇ ਸਨ। ਉਸ ਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹਾਂਗਾ ਉਹ ਮਤਿਆਂ ਵਿੱਚ ਕੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਨਮਸਕਾਰ। ਜਿਹੜੇ ਵਿਕਾਸ ਦੇ ਕੰਮਾਂ ਦੀ ਤੁਸੀਂ ਗੱਲ ਕਰਦੇ ਹੋ ਜਾਂ ਮਤਿਆਂ ਦੀ ਗੱਲ ਕਰਦੇ ਹੋ, ਅਸੀਂ ਕਿਸੇ ਮਤੇ ਦੇ ਖਿਲਾਫ ਨਹੀਂ ਹੈ, ਨਾ ਅਸੀਂ ਪਹਿਲਾਂ ਹੋਏ ਹਾਂ। ਮੈਂ ਪਹਿਲਾਂ ਮੈਂਬਰ ਮਾਰਕੀਟ ਕਮੇਟੀ 5 ਸਾਲ ਰਹਿ ਚੁੱਕਿਆ। ਮੇਰੀ ਧਰਮ ਪਤਨੀ ਮੋਨਿਕਾ ਗਰਗ ਪਿਛਲੇ 5 ਸਾਲ ਵੀ MC ਰਹਿ ਚੁੱਕੀ ਹੈ। ਹੁਣ ਵੀ ਮੌਜੂਦਾ ਪਰਮਾਤਮਾ ਦੀ ਮਿਹਰ ਨਾਲ ਪੌਣੇ 500 ਵੋਟਾਂ ਦੇ ਜਿੱਤ ਕੇ ਅਸੀਂ ਨਗਰ ਕੌਂਸਲ ਦੇ ਵਿੱਚ ਆਏ ਹਾਂ। ਅਸੀਂ ਕੋਈ ਅਜਿਹੇ ਮਤੇ ਦੇ ਖਿਲਾਫ ਨਹੀਂ ਹੈ ਜਿੱਕੋ ਮੰਡੀ ਦਾ ਵਿਕਾਸ ਰੁਕੇ। ਇਹ ਇੱਕ ਸਿਆਸੀ ਲੜਾਈ ਹੈ ਜਿਹਦੇ ਕਰਕੇ ਇਹ ਮਤੇ ਰੁਕੇ ਹੈ। ਕਿਉਂਕਿ ਮੈਂ ਨਰੇਸ਼ ਜੀ ਇੱਥੇ ਤੁਹਾਡੇ ਤੋਂ ਮਾਫੀ ਚਾਹਾਂਗਾ, ਵਿੱਚ ਤੁਹਾਨੂੰ ਕੱਟ ਰਿਹਾ। ਸਿਆਸੀ ਲੜਾਈ ਇੱਕ ਅਲੱਗ ਪਹਿਲੂ ਹੈ, ਮਤਿਆਂ ਦਾ ਨਾਂ ਪਾਸ ਹੋਣਾ ਇੱਕ ਅਲੱਗ ਪਹਿਲੂ ਹੈ। ਮੈਂ ਤੁਹਾਡੇ ਤੋਂ ਸਿਰਫ ਇਹ ਜਾਣਨਾ ਚਾਹੁੰਦਾ, ਸਿਆਸੀ ਲੜਾਈ ਤੇ ਆਪਾਂ ਫਿਰ ਤੁਹਾਡੇ ਨਾਲ ਵਾਰਤਾਲਾਪ ਕਰਦੇ ਹਾਂ। ਪਹਿਲਾਂ ਮੈਂ ਸਿਰਫ ਮਤਿਆਂ ਬਾਰੇ ਜਾਣਨਾ ਚਾਹੁੰਦਾ, ਉਹ ਮਤੇ ਜਿਹੜੇ ਪਾਸ ਨਹੀਂ ਹੋਏ, ਕੀ ਉਹ ਵਿਕਾਸ ਦੇ ਸਨ ਜਾਂ ਕੋਈ ਹੋਰ ਮਤੇ ਸਨ? ਜਿਹੜੇ ਇਹ ਮਤੇ ਪਾਏ ਗਏ ਸੀਗੇ, ਕੁਝ ਤਾਂ ਮਤੇ ਸ਼ਾਇਦ ਪਬਲਿਕ ਨੂੰ ਨਹੀਂ ਪਤਾ ਵੀ ਕੁਝ ਅਜਿਹੇ ਮਤੇ ਸੀ ਜਿਹੜੇ ਅੱਜ ਮੀਟਿੰਗ 'ਚ ਲਿਆਂਦੇ ਗਏ, ਜੋ ਕਿ ਕਿਸੇ ਟਾਈਮ ਅਕਾਲੀ ਸਰਕਾਰ ਵੇਲੇ ਸਾਡੀ ਜਿਹੜੀ ਬਿਲਡਿੰਗ ਸੀਗੀ ਨਗਰ ਕੌਂਸਲ ਦੀ, ਉਹ ਵੀ ਵਰਿੰਦਰਪਾਲ ਪ੍ਰਧਾਨ ਜੀ ਵੇਲੇ ਉਹ ਈਓ ਸਾਹਿਬ ਦਾ ਦਫ਼ਤਰ ਸੀ, ਆਪਣੀ ਮੰਡੀ ਦੀ ਸਹੂਲਤ ਲਈ ਉਹਨੂੰ ਤਹਿਸੀਲ ਲਈ ਦੇ ਦਿੱਤੀ ਗਈ ਸੀਗੀ। ਜਦ ਕਿ ਇਹ ਉਸ ਟਾਈਮ ਮਤਾ ਪੈਣਾ ਚਾਹੀਦਾ ਸੀ ਵੀ ਇਹਦਾ ਕਿਰਾਇਆ ਹੋਣਾ ਚਾਹੀਦਾ। ਉਦੋਂ ਬਾਅਦ ਵੀ 5 ਸਾਲ ਬੀਤ ਗਏ, ਉਹਨੂੰ ਮਤੇ ਨੂੰ ਅੱਜ ਪਹਿਲੀ ਮੀਟਿੰਗ 'ਚ ਲਿਆਉਣ ਵਾਲੀ ਕੋਈ ਗੱਲ ਨਹੀਂ ਸੀਗੀ। ਅਸੀਂ ਇਹਨੂੰ ਸਮਝਦੇ ਨਹੀਂ ਵੀ ਇਹਨੂੰ ਅੱਜ ਮੀਟਿੰਗ 'ਚ ਲਿਆਉਣਾ ਸੀ। ਹਜੇ ਮੀਟਿੰਗ ਅੱਜ ਪਹਿਲੀ ਮੀਟਿੰਗ ਸਟਾਰਟ ਹੋਈ ਸੀ, ਅਗਲੀ ਮੀਟਿੰਗ 'ਚ ਵੀ ਆ ਜਾਂਦਾ। ਉਦੋਂ ਬਾਅਦ ਵੀ ਬਹੁਤ ਜ਼ਰੂਰੀ ਮਤਾ ਹੁੰਦਾ ਤਾਂ ਅੱਜ ਵੀ ਪੈ ਜਾਂਦਾ। ਨਹੀਂ, ਇਹ ਪਹਿਲਾ ਮਤਾ ਸੀ ਜੀ? ਇਹ ਪਹਿਲਾ ਮਤਾ ਸੀ ਜੀ। ਓਕੇ, ਤੇ ਦੂਸਰਾ ਮਤਾ ਕਿਹੜਾ ਸੀ ਜਾਂ ਤੀਸਰਾ ਮਤਾ ਕਿਹੜਾ ਸੀ ਜੋ ਤੁਹਾਡੀ ਮੇਰੇ ਨਾਲ ਮੌਜੂਦ ਹਨ ਮਨੋਜ ਕੁਮਾਰ ਦੁੱਗਲ ਮੁੰਨਾ ਜੀ, ਇਹ ਉੱਥੇ ਮੌਜੂਦ ਰਹੇ ਸਨ? ਕਿਉਂਕਿ ਜੇ ਮੈਂ ਗੱਲ ਕਰਾਂ ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲੇ, ਇਹਨਾਂ ਦੀ ਪਤਨੀ ਮੌਜੂਦ ਸੀ, ਪਰ ਇਹ ਸਾਕਸ਼ਾਤ ਉੱਥੇ ਮੌਜੂਦ ਸਨ ਮਨੋਜ ਕੁਮਾਰ ਦੁੱਗਲ ਮੁੰਨਾ ਜੀ ਅਤੇ ਇਹਨਾਂ ਦੀ ਮਾਤਾ ਜੀ। ਤਾਂ ਦੁੱਗਲ ਜੀ, ਜਿਹੜਾ ਦੂਸਰਾ ਮਤਾ ਸੀ ਔਰ ਤੀਸਰਾ ਮਤਾ ਸੀ, ਮੈਂ ਉਹਦੇ ਬਾਰੇ ਪਲੀਜ਼ ਜਾਣਕਾਰੀ ਲੈਣਾ ਚਾਹਾਂਗਾ, ਉਹ ਕੀ ਸਨ? ਜਿੱਦਾਂ ਜਨਤਾ ਨੇ ਸਾਨੂੰ ਚੁਣ ਕੇ ਭੇਜਿਆ ਤੇ ਜੋ ਇੰਟਰਵਿਊ ਪੇਸ਼ ਕੀਤੀ ਗਈ ਜਾਂ ਸਾਡੇ ਪੱਤਰਕਾਰ ਵੀਰ ਦੁਆਰਾ ਜੋ ਸਵਾਲ ਕੀਤੇ ਗਏ, ਉਹਨਾਂ ਸਵਾਲਾਂ ਦੇ ਜੋ ਜਵਾਬ ਦਿੱਤੇ ਗਏ, ਉਹਨਾਂ ਤੇ ਸਾਨੂੰ ਰਤਾ ਵੀ ਸੰਤੁਸ਼ਟੀ ਨਹੀਂ ਹੋਈ। ਜੇ ਕੁਝ ਰੱਤੀ ਭਰ ਵੀ ਉਹਦੇ 'ਚ ਸੱਚਾਈ ਹੁੰਦੀ ਤਾਂ ਅਸੀਂ ਵੀ ਉਸ ਚੀਜ਼ ਨੂੰ ਐਕਸੈਪਟ ਕਰਦੇ। ਸੰਤੁਸ਼ਟੀ ਮੈਂ ਪੁੱਛਣਾ ਚਾਹਾਂਗਾ ਕਿਹਦੇ ਜਵਾਬਾਂ ਤੋਂ ਨਹੀਂ ਹੋਈ, ਕਿ ਸਵਾਲਾਂ ਤੋਂ ਨਹੀਂ ਹੋਈ? ਜਿਹੜਾ ਜਵਾਬਾਂ ਤੋਂ ਹੀ ਸੰਤੁਸ਼ਟੀ ਨਹੀਂ ਹੋਈ। ਤੁਹਾਡੇ ਸਵਾਲ ਬੜੇ ਵਧੀਆ ਸੀ,
ਪਰ ਸਾਨੂੰ ਜਵਾਬਾਂ ਤੋਂ ਸੰਤੁਸ਼ਟੀ ਨਹੀਂ ਹੋਈ। ਜਿੱਦਾਂ ਉਹਨਾਂ ਵਿੱਚ ਕਿਹਾ ਗਿਆ ਵੀ ਲੋਕਾਂ 'ਚ ਕੀ ਮੂੰਹ ਲੈ ਕੇ ਜਾਣਗੇ। ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ, ਅਸੀਂ ਸਾਰੇ ਦੂਜੀ ਤੀਜੀ ਵਾਰ MC ਬਣੇ ਆ। ਇਦੋਂ ਪਹਿਲਾਂ ਮੇਰੇ ਮਾਤਾ ਜੀ MC ਸੀ। ਹੁਣ ਅਸੀਂ 2 ਵਾਰਡਾਂ 'ਚ ਇਲੈਕਸ਼ਨ ਲੜੇ ਹੈਗੇ ਆ ਤੇ ਦੋਨੇ ਵਾਰਡਾਂ 'ਚ ਹੀ ਜੇਤੂ ਰਹੇ ਆ। ਸੋ ਜੇਕਰ ਸਾਡੇ 'ਚ ਕੋਈ ਕਾਬਲੀਅਤ ਸੀਗੀ, ਜੇ ਲੋਕਾਂ ਨੇ ਸਾਨੂੰ ਪਸੰਦ ਕੀਤਾ, ਅਸੀਂ ਤਾਂ ਹੀ ਚੁਣ ਕੇ ਨਗਰ ਕੌਂਸਲ 'ਚ ਆਏ ਆ। ਸਾਨੂੰ ਵੀ ਪਤਾ ਲੋਕਾਂ ਦੇ ਹਿੱਤ ਕੀ ਹੈ। ਇਹਨਾਂ 10 ਮਤਿਆਂ ਦੇ ਵਿੱਚ ਇੱਕ ਵੀ ਕੋਈ ਐਡਾ ਐਮਰਜੈਂਸੀ ਮਤਾ ਨਹੀਂ ਸੀ। ਗੱਲ ਰਹਿ ਗਈ ਜਿਹੜੇ ਪਸ਼ੂਆਂ ਦੇ ਮਤੇ ਦੀ ਗੱਲ ਕਰਦੇ ਸੀਗੇ, ਇੰਟਰਵਿਊ 'ਚ ਮੈਂ ਸੁਣਿਆ ਤੁਹਾਡੀ ਇੰਟਰਵਿਊ, ਉਹ ਪਸ਼ੂਆਂ ਦਾ ਮਤਾ ਕੋਈ ਅੱਜ ਦਾ ਨਹੀਂਗਾ, ਉਹ ਲਗਭਗ ਪਿਛਲੇ 5 ਸਾਲਾਂ ਤੋਂ ਰਿੜਿਆ ਆ ਰਿਹਾ ਹੈਗਾ। ਠੇਕੇਦਾਰ ਠੇਕਾ ਵਿੱਚ ਛੱਡ ਗਿਆ, ਕਿਉਂਕਿ ਜਿਹੜੇ ਆਂਢ ਗੁਆਂਢ 'ਚ ਖੇਤਾਂ ਵਾਲੇ ਬੈਠੇ ਨੇ, ਉਹ ਮੇਰੇ ਜੱਟ ਭਰਾ ਜਦੋਂ ਉੱਥੇ ਸਮੈਲ ਆਉਂਦੀ ਹੈਗੀ ਉੱਥੇ ਪਸ਼ੂ ਨਹੀਂ ਸਿੱਟਣ ਦਿੰਦੇ, ਉਹ ਵੀ ਵਿੱਚ ਛੱਡ ਕੇ ਜਾ ਵੜਿਆ। ਅਸੀਂ ਖੁਦ ਆਪਦੀ ਜੇਬਾਂ 'ਚੋਂ 1000 2-2000 ਰੁਪਏ ਦੇ ਕੇ ਪਸ਼ੂ ਚੁਕਾਨੇ ਰਹੇ ਹੈਗੇ। ਸੋ ਇਹ ਕੋਈ ਐਡੇ ਜ਼ਰੂਰੀ ਮਤੇ ਨਹੀਂ ਸੀ। ਪਸ਼ੂਆਂ ਵਾਲਾ ਜ਼ਰੂਰੀ ਮਤਾ ਸੀ, ਪਰ ਉਦੋਂ ਪਹਿਲਾਂ ਉੱਥੇ ਜਿਹੜਾ ਮਸਲਾ ਵਿਵਾਦ ਹੈਗਾ ਉਹਨੂੰ ਹੱਲ ਕਰਨਾ ਜ਼ਰੂਰੀ ਹੈ। ਖੇਤਾਂ ਵਾਲੇ ਬੈਠੇ ਆ, ਉਹਨਾਂ ਦੀ ਸੰਤੁਸ਼ਟੀ ਜ਼ਰੂਰੀ ਹੈ। ਠੇਕਾ ਦੁਬਾਰਾ ਕਰਵਾ ਦਿੰਦੇ ਆ। ਠੇਕੇ ਤੇ ਜਿਹੜਾ ਖਰਚਾ ਹੋਣਾ ਐਡਵਰਟਾਈਜ਼ਮੈਂਟ ਦਾ, ਹੋਰ ਵਗੈਰਾ ਖਰਚੇ, ਉਹ ਤਾਂ ਨਗਰ ਕੌਂਸਲ ਤੇ ਬੋਝ ਆ ਨਾ। ਅੱਜ ਆਪਾਂ ਠੇਕਾ ਕਰਾ ਦਿੰਦੇ ਆ, ਕੱਲ ਨੂੰ ਫਿਰ ਠੇਕੇਦਾਰ ਨੇ ਛੱਡ ਕੇ ਭੱਜ ਜਾਣਾ। ਪਹਿਲਾਂ ਆਪਾਂ ਉਸ ਵਿਵਾਦ ਨੂੰ ਹੱਲ ਕਰੀਏ। ਓਕੇ, ਤੁਸੀਂ ਗੱਲ ਕਰ ਰਹੇ ਹੋ ਉਸ ਠੇਕੇ ਦੇ ਵਿਵਾਦ ਦੀ ਜੀ। ਓਕੇ, ਪਹਿਲਾਂ ਉਸ ਵਿਵਾਦ ਨੂੰ ਹੱਲ ਕਰੀਏ। ਸੋ ਜ਼ਿਆਦਾ ਤੁਹਾਡੇ ਨਾਲ ਮੈਂ ਇਸ ਵਿਸ਼ੇ ਤੇ ਵੀ ਲੰਮਾ ਨਾ ਜਾਂਦੇ ਹੋਏ, ਮੇਰੇ ਕਹਿਣ ਦਾ ਮਤਲਬ ਉਹ 10 ਮਤਿਆਂ ਦੇ ਵਿੱਚ ਕੋਈ ਐਡਾ ਐਮਰਜੈਂਸੀ ਮਤਾ ਨਹੀਂ ਸੀ। ਤੁਹਾਨੂੰ ਅਸੀਂ ਮਤਿਆਂ ਦੀ ਕਾਪੀ ਵੀ ਦੇਵਾਂਗੇ, ਤੁਸੀਂ ਉਸ ਏਜੰਡੇ ਨੂੰ ਤੁਸੀਂ ਪੜ੍ਹ ਕੇ ਤੁਸੀਂ ਜਨਤਾ ਅੱਗੇ ਪੇਸ਼ ਵੀ ਕਰ ਦੇਣਾ। ਕਿਉਂਕਿ ਜੇ ਮੈਂ ਇਕੱਲੇ ਮਤੇ ਦੁਆਰਾ ਬੋਲਣ ਲੱਗ ਗਿਆ, ਫਿਰ ਤੁਸੀਂ ਬੋਲੋਗੇ ਉਸ ਤੇ ਇੰਟਰਵਿਊ ਬਹੁਤ ਲੰਮਾ ਹੋ ਜਾਊਗਾ। ਮੈਂ ਸੰਖੇਪ ਵਿੱਚ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਸਾਨੂੰ ਪ੍ਰਧਾਨ ਐਕਸੈਪਟ ਨਹੀਂ ਸੀ। ਜੇ ਪ੍ਰਧਾਨ ਬਹੁਮਤ ਨਾਲ ਬਣਿਆ ਹੁੰਦਾ ਤਾਂ ਅਸੀਂ ਸਿਰ ਮੱਥੇ ਲੈਂਦੇ। ਅਸੀਂ ਵੋਟਾਂ ਨਹੀਂ ਪਾਈਆਂ। ਮੈਂ ਫਿਰ ਇੱਕ ਵਾਰ ਫਿਰ ਤੁਹਾਡੇ ਉਸ ਗੱਲ ਦੇ ਰੂਬਰੂ ਹੋਣਾ ਚਾਹੁੰਦਾ। ਤੁਸੀਂ ਕਿਹਾ ਸਾਨੂੰ ਪ੍ਰਧਾਨ ਐਕਸੈਪਟ ਨਹੀਂ ਸੀ। ਸਰ, ਜੇ ਮੈਂ ਗੱਲ ਕਰਾਂ, ਜਦੋਂ ਚੋਣ ਹੋਈ ਹੈ ਤਾਂ ਇੱਕ MC ਨੂੰ ਛੱਡ ਕੇ 12 MC ਹਾਜ਼ਰ ਸੀ ਉੱਥੇ। ਨਾਇਬ ਤਹਿਸੀਲਦਾਰ ਹਾਜ਼ਰ ਸੀ ਔਰ ਵਿਧਾਇਕ ਪ੍ਰੀਤਮ ਸਿੰਘ ਕੋਟਪਾਈ ਹਾਜ਼ਰ ਸੀ। ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਪ੍ਰਧਾਨ ਚੁਣਿਆ ਗਿਆ। ਤਾਂ ਫਿਰ ਉਸ ਵੇਲੇ ਇਹ ਰੋਲਾ, ਜਾਂ ਉਸ ਵੇਲੇ ਤੁਸੀਂ ਇਹਦਾ ਕਿਉਂ ਨਹੀਂ ਇਹਦੇ ਅੰਗੇਸਟ ਹੋਏ ਕਿ ਸਾਨੇ ਪ੍ਰਧਾਨ ਉੱਥੇ ਬੈਠੇ ਕਿਉਂ ਨਹੀਂ ਕਿਹਾ? ਸਰ, ਜਦੋਂ ਪ੍ਰੈਸ਼ਰਾਈਜ਼ ਸਾਨੂੰ ਇੰਨਾ ਕਰ ਦਿੱਤਾ ਗਿਆ ਅੰਦਰ ਮੀਟਿੰਗ ਦੇ ਵਿੱਚ, ਅਸੀਂ ਉਸ ਟਾਈਮ ਬੋਲਣ ਜੋਗੇ ਰਿਹਾ ਹੀ ਨਹੀਂ। ਕਿਉਂਕਿ ਪ੍ਰਸ਼ਾਸਨ ਸਾਡੇ ਉੱਤੇ ਚੜਿਆ ਹੋਇਆ ਸੀ। ਅੱਜ ਤੱਕ ਮੈਂ ਕਦੇ ਨਗਰ ਕੌਂਸਲ 'ਚ, ਪਿਛਲੇ 5 ਸਾਲ ਮੇਰੇ ਮਾਤਾ ਜੀ MC ਸੀ, ਨਗਰ ਕੌਂਸਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੰਮ ਹੀ ਕੋਈ ਨਹੀਂਗਾ। ਮੁੰਡਾ ਜੀ, ਮੈਂ ਫਿਰ ਇੱਥੇ ਗੱਲ ਕਰਨਾ, ਜਿਹੜੇ ਤੁਸੀਂ ਮੇਰੇ ਨਾਲ ਇਸ ਟਾਈਮ ਮੌਜੂਦ ਬੈਠੇ ਹੋ, ਜੇ ਮੈਂ ਰਕੇਸ਼ ਕੁਮਾਰ ਰੋਮਾ ਦੀ ਗੱਲ ਕਰਾਂ, ਇਹ ਵੀ ਪੰਜੇ ਦੇ ਸਿੰਬਲ ਤੇ ਲੜੇ ਹੈ। ਇਹਨਾਂ ਦੀ ਪਤਨੀ ਵੀ ਪੰਜੇ ਦੇ ਸਿੰਬਲ ਤੇ ਲੜੀ, ਔਰ ਤੁਸੀਂ ਦੋਨੇ ਮਾਤਾ ਔਰ ਤੁਸੀਂ ਵੀ ਸਿੰਬਲ ਤੇ ਲੜੇ, ਔਰ ਕਸ਼ਮੀਰੀ ਲਾਲ ਜੀ ਵੀ ਸਿੰਬਲ ਤੇ ਲੜੇ ਹੈ। ਤੇ ਜੋ ਪ੍ਰਧਾਨ ਬਣਿਆ ਉਹ ਵੀ ਤੁਹਾਡਾ ਕਾਂਗਰਸ ਦਾ ਪੰਜੇ ਦੇ ਸਿੰਬਲ ਤੇ ਲੜਿਆ, ਉਹ ਬਣਿਆ। ਕੀ ਤੁਹਾਡੀ ਕਾਂਗਰਸ ਦੀ ਆਪਸੀ ਫੁੱਟ ਹੈ ਜਾਂ ਕੀ ਤੁਹਾਡੇ ਆਪਸੀ ਮਤਭੇਦ ਹਨ? ਸਾਡੇ ਪਾਰਟੀ ਲੈਵਲ ਤੇ ਕੋਈ ਮਤਭੇਦ ਨਹੀਂ। ਜਦੋਂ ਆਪਾਂ ਕੋਈ ਟੀਮ ਲੀਡਰ ਚੁਣਦੇ ਹੈਗੇ ਆ, ਘੱਟੋ ਘੱਟ ਉਸ ਟੀਮ ਲੀਡਰ ਨਾਲ ਸਾਡੀ ਸੰਤੁਸ਼ਟੀ ਤਾਂ ਹੋਣੀ ਚਾਹੀਦੀ ਆ। ਸਾਡੇ ਉਹਦੇ ਨਾਲ ਵਿਚਾਰ ਤਾਂ ਮਿਲਣੇ ਚਾਹੀਦੇ। ਜਿਸ ਸ਼ਖਸ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਅਸੀਂ ਉਹਨੂੰ ਆਪਣਾ ਹੈੱਡ ਕਿੱਦਾਂ ਮੰਨ ਲਈਏ? ਸੋ ਅਸੀਂ 6 ਬੰਦੇ ਹੈਗੇ ਆ, ਜਿਹਦੇ ਚੋਂ 5 ਬੰਦੇ ਅਸੀਂ ਸਿੰਬਲ ਵਾਲੇ ਹੈਗੇ ਆ ਜੀ। ਸਿੰਬਲ ਤੇ ਚੋਣ ਵਾਲੇ ਮੈਂ ਤੇ ਮੇਰੇ ਮਾਤਾ ਜੀ ਪੰਜੇ ਦੇ ਨਿਸ਼ਾਨ ਤੇ, ਸਾਡੇ ਨਰੇਸ਼ ਕੁਮਾਰ ਜੀ, ਰੋਮਾ ਜੀ। ਟੋਟਲ ਤੁਸੀਂ ਮੇਰੇ ਕੋਲ 5 ਬੈਠੇ ਹੋ, ਪੰਜੇ ਸਿੰਬਲ ਦੇ ਨਿਸ਼ਾਨ ਤੇ ਹੀ ਲੜੇ। ਹਾਂਜੀ, ਸਾਡੇ ਕੋਲ 5 ਬੰਦੇ ਆ ਜਿਹੜੇ ਉਹ ਸਿੰਬਲ ਤੇ ਚੋਣ ਲੜਨ ਵਾਲੇ ਆ। ਜਦ ਕਿ ਮੋਹਨ ਢਿੰਗੜਾ ਤੇ ਤਾਰਾ ਚੰਦ, ਉਹ 2 ਸ਼ਖਸ ਇਦਾਂ ਦੇ ਨੇ ਜਿਨ੍ਹਾਂ ਨੇ ਸਿੰਬਲ ਤੇ ਚੋਣ ਲੜੀ ਹੈ। ਮੋਹਨ ਢਿੰਗੜਾ ਜੀ ਪਹਿਲੀ ਵਾਰ ਚੋਣ ਲੜ ਕੇ ਨਗਰ ਕੌਂਸਲ ਦੇ ਪ੍ਰਧਾਨ ਬਣ ਜਾਂਦੇ ਆ। ਸਾਡੀਆਂ ਕੋਈ ਮੈਰਿਟਾਂ ਹੀ ਨਹੀਂ। ਅਸੀਂ ਅੱਛਾ, ਇਹਦਾ ਮਤਲਬ ਆਪਣਾ ਜਿਹੜਾ ਗੁੱਸਾ ਹੈ ਜਾਂ ਜਿਹੜਾ ਗਿਲਾ ਸ਼ਿਕਵਾ ਹੈ ਉਸ ਇੱਥੇ ਖੜਾ ਹੈ ਕਿ ਆਪਾਂ ਨੂੰ ਤੁਹਾਡਾ ਕਹਿਣ ਦਾ ਮਤਲਬ ਹੈ, ਜੋ ਮੈਂ ਤੁਹਾਡੀ ਭਾਸ਼ਾ ਤੋਂ ਸਮਝ ਰਿਹਾ, ਤੁਹਾਡੀ ਭਾਸ਼ਾ ਤੋਂ ਮੈਂ ਇਹ ਸਮਝ ਰਿਹਾ ਕਿ ਤੁਸੀਂ ਕਾਂਗਰਸ ਪਾਰਟੀ ਲਈ ਕੰਮ ਕੀਤਾ ਔਰ ਤੁਹਾਨੂੰ ਉਹਦਾ ਕੋਈ ਫਲ ਨਹੀਂ ਮਿਲਿਆ। ਗੱਲ ਇੱਥੇ ਫਲ ਦੀ ਨਹੀਂ ਬਾਈ ਜੀ, ਕਿਉਂਕਿ ਪਾਰਟੀ ਦੀਆਂ ਮੈਰਿਟਾਂ ਬੜੀਆਂ ਉੱਚੀਆਂ ਨੇ। ਠੀਕ ਹੈ। ਮੇਰੇ ਕਹਿਣ ਦਾ ਮਤਲਬ ਹੈ, ਜਿਹੜਾ ਅਸੀਂ ਲੀਡਰ ਚੁਣ ਰਹੇ ਹਾਂ, ਘੱਟੋ ਘੱਟ ਉਹਦੇ ਨਾਲ ਸਾਡੀ ਸੰਤੁਸ਼ਟੀ ਤਾਂ ਹੋਣੀ ਚਾਹੀਦੀ ਹੈ। ਉਹਦੇ ਕੋਲ ਬਹੁਮਤ ਤਾਂ ਹੋਣਾ ਚਾਹੀਦਾ। ਜਦੋਂ ਅਸੀਂ ਉਹਦੇ ਤੇ ਸੰਤੁਸ਼ਟੀ ਨਹੀਂਗਾ, ਫਿਰ ਸਾਡੇ ਤੇ ਮੱਲੋ ਮੱਲੀ ਕਿਉਂ ਥੋਪਿਆ ਜਾ ਰਿਹਾ? ਬਹੁਮਤ ਦੀ ਜੇ ਮੈਂ ਗੱਲ ਕਰਾਂ, ਦੇਖੋ, ਮੈਂ ਰੋਮਾ ਜੀ ਤੋਂ ਨਹੀਂ ਪੁੱਛ ਸਕਦਾ, ਮੈਂ ਨਰੇਸ਼ ਜੀ ਤੋਂ ਨਹੀਂ ਪੁੱਛ ਸਕਦਾ, ਕਿਉਂਕਿ ਇਹ ਉਸ ਵੇਲੇ ਮੌਜੂਦ ਨਹੀਂ ਸਨ। ਮੌਜੂਦ ਸਨ ਕਸ਼ਮੀਰੀ ਲਾਲ ਜੀ ਔਰ ਤੁਸੀਂ ਔਰ ਤੁਹਾਡੇ ਮਾਤਾ ਜੀ। ਜੇ ਮੈਂ ਬਹੁਮਤ ਦੀ ਗੱਲ ਕਰਾਂ ਤਾਂ ਉੱਥੇ ਮੈਨੂੰ ਪਲੀਜ਼ ਉਹ ਥੋੜਾ ਜਿਹਾ ਇਨਸੀਡੈਂਟ ਦੱਸੋ ਕਿ ਲੋਕਾਂ ਤੱਕ ਵੀ ਆਪਾਂ ਦੱਸ ਸਕੀਏ
ਕਿ ਜਿਸ ਤਰ੍ਹਾਂ ਇਹਦਾ ਚੁਣਾਵ ਹੋਇਆ ਪ੍ਰਧਾਨਗੀ ਦਾ, ਤਾਂ ਉਹ ਇਨਸੀਡੈਂਟ ਕੀ ਸੀ? ਸਰ ਸਾਡੇ ਕੋਲ ਪ੍ਰਧਾਨਗੀ ਦਾ ਨਾਂ ਹੀ ਨਹੀਂ ਰੱਖਿਆ ਗਿਆ। ਜਾਂ ਤਾਂ ਸਾਨੂੰ ਕਿਹਾ ਜਾਂਦਾ ਵੀ ਭਾਈ ਅਸੀਂ ਮੋਹਨ ਢਿੰਗੜੇ ਨੂੰ ਪ੍ਰਧਾਨ ਬਣਾ ਰਹੇ ਹਾਂ। ਉੱਥੇ ਸਹੁੰ ਚੱਕ ਸਮਾਗਮ ਜਾ ਹੋਇਆ, ਠੀਕ ਹੈ, ਅਸੀਂ ਸਹੁੰਆਂ ਚੱਕੀਆਂ, ਸਹੁੰਆਂ ਚੱਕਣ ਤੋਂ ਬਾਅਦ ਚਾਹ ਪਾਣੀ ਪੀਤਾ। ਉਸ ਤੋਂ ਬਾਅਦ ਜਦੋਂ ਗੱਲ ਚੱਲੀ ਪ੍ਰਧਾਨਗੀ ਦੀ, ਠੀਕ ਹੈ, 2 ਕੈਂਡੀਡੇਟ ਸਾਹਮਣੇ ਆਏ, ਸੇਠ ਕਸ਼ਮੀਰੀ ਲਾਲ ਜੀ ਤੇ ਮੋਹਨ ਢਿੰਗੜਾ ਜੀ। ਠੀਕ ਹੈ। ਪਰ ਇੱਥੇ ਮੈਂ ਤੁਹਾਡੀ ਗੱਲ ਵਿੱਚ ਕੱਟ ਰਿਹਾ, ਦਾਅਵੇਦਾਰੀਆਂ ਪੇਸ਼ ਕਰਨ ਵਾਲੇ 4 ਸਨ। ਸਪਨਾ ਰਾਣੀ ਰਕੇਸ਼ ਕੁਮਾਰ ਰੋਮਾ ਦੀ ਵਾਈਫ ਸੀ, ਮੋਨਿਕਾ ਗਰਗ ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲਿਆਂ ਦੀ ਵਾਈਫ, ਔਰ ਕਸ਼ਮੀਰੀ ਲਾਲ ਜੀ, ਇਹ ਕਾਂਗਰਸ ਦੇ ਵੱਲੋਂ ਇਹ ਦਾਅਵੇਦਾਰੀ ਪੇਸ਼ ਕੀਤੀ ਸੀ, ਤੇ ਮੋਹਨ ਢਿੰਗੜਾ ਨੇ। ਤਾਂ ਫਿਰ ਉੱਥੇ 2 ਨਾਂ ਕਿੱਦਾਂ ਪ੍ਰਪੋਜ਼ਲ ਹੋਏ? ਉਸ ਤੋਂ ਬਾਅਦ ਸਿਰਫ 2 ਕੈਂਡੀਡੇਟ ਰਹਿ ਗਏ ਸੀ, ਇੱਕ ਮੋਹਨ ਢਿੰਗੜਾ ਜੀ ਤੇ ਇੱਕ ਸੇਠ ਕਸ਼ਮੀਰੀ ਲਾਲ ਜੀ। 2 ਨਾਂ ਪ੍ਰਧਾਨਗੀ ਦੇ ਰਹਿ ਗਏ ਸੀ। ਉਹ ਦੋਵਾਂ 'ਚ ਜਦੋਂ 2 ਕੈਂਡੀਡੇਟ ਖੜੇ ਆ ਤਾਂ ਉਹਦਾ ਮਤਲਬ ਚੋਣ ਹੋਣੀ ਬਣਦੀ ਹੈ, ਪਰ ਉੱਥੇ ਚੋਣ ਨਹੀਂ ਹੋਈ। ਚੋਣ ਨਹੀਂ ਹੋਈ ਤਾਂ ਫਿਰ ਕਿਸ ਤਰ੍ਹਾਂ? ਫਿਰ ਉਹੀ ਗੱਲ ਮੈਂ ਤੁਹਾਨੂੰ ਫੇਰ ਦੁਹਰਾਉਣਾ ਚਾਹੁੰਦਾ, ਉਹ ਇਨਸੀਡੈਂਟ ਪਲੀਜ਼ ਮੈਨੂੰ ਦੱਸੋ, ਲੋਕਾਂ ਦੇ ਰੂਬਰੂ ਕਰਾਓ ਕਿ ਉਹ ਇਨਸੀਡੈਂਟ ਕਿਸ ਤਰ੍ਹਾਂ ਹੋਇਆ। ਔਰ ਚੁਣਾਵ ਜਦੋਂ ਨਹੀਂ ਹੋਇਆ, ਤੁਸੀਂ ਕਹਿ ਰਹੇ ਹੋ ਚੋਣ ਨਹੀਂ ਹੋਈ, ਤਾਂ ਪ੍ਰਧਾਨਗੀ ਦੇ ਸਾਈਨ ਹੋਏ ਹੋਣਗੇ ਜਾਂ ਉੱਥੇ ਕੋਈ ਨਾਮ ਅਨਾਉਂਸ ਹੋਇਆ ਹੋਊਗਾ? ਸਰ ਸਾਡੇ ਸਾਈਨ ਜਿਹੜੇ ਹੋਏ ਸੀਗੇ, ਅਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਡੇ ਵੱਲੋਂ ਜੋ ਚੋਣ ਹੋਈ ਸੀ ਉਹ ਸੇਠ ਕਸ਼ਮੀਰੀ ਲਾਲ ਜੀ ਪ੍ਰਧਾਨ ਬਣੇ ਸੀਗੇ, ਨਰੇਸ਼ ਕੁਮਾਰ ਜੀ ਦੀ ਵਾਈਫ ਮੀਤ ਪ੍ਰਧਾਨ ਬਣੇ ਸੀਗੇ। ਉਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਦਾ ਸਾਡੇ ਕੋਲ ਕੋਈ ਏਜੰਡਾ ਨਹੀਂ ਸੀਗਾ, ਨਾ ਹੀ ਕੋਈ ਪੋਸਟ ਸੀਗੀ। ਇਹ ਮੌਕੇ ਤੇ ਕ੍ਰੀਏਟ ਕੀਤੀ ਹੋਈ ਆ। ਤੁਸੀਂ ਨਾ ਜਦੋਂ ਤੁਸੀਂ ਪ੍ਰੋਸੀਡਿੰਗ ਪੜ੍ਹੋਗੇ, ਤੁਹਾਨੂੰ ਪ੍ਰੋਸੀਡਿੰਗ ਵੀ ਦਿਖਾਵਾਂਗੇ, ਉਹਦੇ 'ਚ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਹਫਰਾ ਤਫਰੀ 'ਚ ਇੰਨਾ ਗਲਤ ਕੰਮ ਕੀਤਾ। ਜੇ ਮੰਨ ਲਓ ਉਸ ਚੀਜ਼ ਨੂੰ ਆਪਾਂ ਦੇਖਦੇ ਹੈਗੇ ਆ, ਤੁਹਾਨੂੰ ਅਸੀਂ ਉਹ ਦਿਖਾ ਕੇ ਏਜੰਡਾ ਫਿਰ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਹਾਂਜੀ ਇਹ ਦੱਸਿਓ, ਉਹ ਤੁਸੀਂ ਆਪਣੇ ਮੂੰਹੋਂ ਆਪਣੀ ਇੰਟਰਵਿਊ 'ਚ ਦੱਸ ਸਕਦੇ ਹੋ। ਕਸ਼ਮੀਰੀ ਲਾਲ ਜੀ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਪ੍ਰਧਾਨ ਬਣਾ ਦਿੱਤਾ ਸੀ ਆਪਦੇ ਵੱਲੋਂ, ਔਰ ਵਾਈਸ ਪ੍ਰੈਜ਼ੀਡੈਂਟ ਅਸੀਂ ਮੋਨਿਕਾ ਗਰਗ ਨੂੰ ਬਣਾ ਦਿੱਤਾ, ਸਰ ਇਹ ਜਿਹੜਾ ਬਹੁਮਤ ਨਾਲ ਬਣਾਇਆ ਗਿਆ ਜਾਂ ਕਿਸ ਤਰ੍ਹਾਂ ਇਹ ਤੁਸੀਂ ਬਣਾਇਆ? ਕਿੰਨੇ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਬਣਾਇਆ ਸੀ? ਸਰ ਟੋਟਲ ਉਹਦੇ 12 ਬੰਦੇ ਹਾਜ਼ਰ ਸੀ, ਜਿਹਦੇ 'ਚੋਂ 7 ਬੰਦੇ ਇੱਕ ਪਾਸੇ ਖੜੇ ਸੀ ਤੇ 5 ਬੰਦੇ ਇੱਕ ਪਾਸੇ ਸੀ। ਓਕੇ। ਉਹ 5 ਬੰਦਿਆਂ ਦੀ ਵੀ ਉੱਥੇ ਕੋਈ ਚੋਣ ਨਹੀਂ ਹੋਈ। ਜੇ ਆਪਾਂ ਕਹਿ ਦਈਏ ਵੀ ਚੋਣ ਹੋਈ ਆ ਭਾਈ, ਉਹ 5 ਬੰਦੇ ਵੀ ਉਹਦੇ ਨਾਲ ਸੀਗੇ, ਉਹ ਵੀ ਨਹੀਂ ਸੀਗਾ, ਕਿਉਂਕਿ ਉੱਥੇ ਜਦੋਂ ਚੋਣ ਹੀ ਨਹੀਂ ਹੋਈ, ਜਦੋਂ ਬੰਦਾ ਕੁਰਸੀ ਤੇ ਬਹਿ ਜਾਂਦਾ ਉਦੋਂ ਗੱਲਾਂ ਕੁਝ ਹੋਰ ਹੋ ਜਾਂਦੀਆਂ ਹੈਗੀਆਂ। ਤਾਂ ਨਰੇਸ਼ ਕੁਮਾਰ ਜੀ, ਮੀਤ ਪ੍ਰਧਾਨ ਦੀ ਡਿਊਟੀ ਬਹੁਤ ਵੱਡੀ ਡਿਊਟੀ ਹੁੰਦੀ ਹੈ, ਕਿਉਂਕਿ ਇਹ ਇੱਕ ਪ੍ਰੋਟੋਕੋਲ ਦੇ ਵਿੱਚ ਹੈ। ਜਦੋਂ ਪਹਿਲਾਂ ਮੀਤ ਪ੍ਰਧਾਨ ਚੁਣਿਆ ਜਾਂਦਾ, 15 ਔਰ 20 ਦਿਨ ਮੀਤ ਪ੍ਰਧਾਨ ਕੰਮ ਕਰਦਾ ਹੈ, ਤਾਂ ਉਸ ਤੋਂ ਬਾਅਦ ਜਿਹੜਾ ਹੈ ਪ੍ਰਧਾਨਗੀ ਦੇ ਲਈ ਪਾਸ ਹੁੰਦਾ ਹੈ, ਜੋ ਵੀ ਇਹਦੇ ਡਾਕੂਮੈਂਟਸ ਨੇ, ਪ੍ਰੋਸੀਡਿੰਗ ਤਿਆਰ ਹੁੰਦੀ ਹੈ। ਤਾਂ ਤੁਸੀਂ ਨਰੇਸ਼ ਜੀ ਮੈਨੂੰ ਇਹ ਦੱਸੋ, ਜਿੱਥੇ ਤੁਹਾਡੀ ਪਤਨੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ, ਤੁਸੀਂ ਉਸ ਦਿਨ ਤੋਂ ਇਸ ਸੀਟ ਨੂੰ ਅਸੈਪਟ ਕੀਤਾ ਕਿ ਨਹੀਂ ਕੀਤਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਹਿਲੇ ਦਿਨ ਜਦੋਂ ਸਾਨੂੰ ਮੀਤ ਪ੍ਰਧਾਨ ਬਣਾਇਆ, ਸਾਨੂੰ ਇਸ ਚੀਜ਼ ਦੀ ਕੋਈ ਪਤਾ ਨਹੀਂ ਸੀ ਵੀ ਸਾਨੂੰ ਮੀਤ ਪ੍ਰਧਾਨ ਬਣਾਇਆ ਜਾਊਗਾ। ਅਸੀਂ ਵੀ ਪ੍ਰਧਾਨਗੀ ਦੇ ਦਾਅਵੇਦਾਰ ਸੀਗੇ, ਠੀਕ ਹੈ, ਪਰ ਅੰਦਰ ਜਾ ਕੇ ਮੀਤ ਪ੍ਰਧਾਨ ਬਣਾਇਆ, ਕਿਉਂਕਿ ਲੇਡੀਜ਼ ਆ, ਉਹਨਾਂ ਨੂੰ ਨਹੀਂ ਸਮਝ ਆਈ। ਉਹਨਾਂ ਨੂੰ ਵੀ ਐਂ ਲੱਗਿਆ ਵੀ ਹੋ ਸਕਦਾ ਸਾਨੂੰ ਪ੍ਰਧਾਨ ਬਣਾਇਆ। ਓਕੇ। ਪਰ ਉਦੋਂ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਕਿਉਂਕਿ ਵੀ ਸਾਨੂੰ ਤਾਂ ਮੀਤ ਪ੍ਰਧਾਨ ਬਣਾਇਆ। ਇਸ ਚੱਕਰ ਦੇ ਵਿੱਚ ਅਸੀਂ ਕਹਿੰਦਾ ਮਤਲਬ ਉਦੋਂ ਬਾਅਦ ਦਫ਼ਤਰ ਨਹੀਂ ਗਏ ਅਸੀਂ ਹਜੇ ਤਾਈਂ। ਨਹੀਂ ਕੋਈ ਤੁਸੀਂ ਉਮੀਦ ਪ੍ਰਧਾਨਗੀ ਦੀ ਜੋ ਸੀਟ ਹੈ ਉਹਨੂੰ ਅਸੈਪਟ ਕਰ ਚੁੱਕੇ ਹੋ, ਕੋਈ ਸਾਈਨ ਕਰ ਚੁੱਕੇ ਹੋ ਜਾਂ ਨਹੀਂ ਕਰ ਚੁੱਕੇ, ਜਾਂ ਕਿਸ ਤਰ੍ਹਾਂ ਉਸ ਨੂੰ ਵੇਖ ਰਹੇ ਹੋ? ਨਹੀਂ, ਉਦੋਂ ਬਾਅਦ ਮੇਰਾ ਖਿਆਲ ਤਾਂ ਜੀ ਮੀਟਿੰਗ ਇਹ ਪਹਿਲੀ ਹੋਈ ਸੀਗੀ, ਪਹਿਲੀ ਮੀਟਿੰਗ ਸੀ। ਹਾਂਜੀ, ਪਹਿਲੀ ਮੀਟਿੰਗ ਸੀਗੀ ਇਹ। ਤਾਂ ਮੀਟਿੰਗ ਦੇ ਵਿੱਚ ਅਸੀਂ ਐਮਸੀ ਤੌਰ ਤੇ ਹੀ ਗਏ ਸੀਗੇ ਜ਼ਿਆਦਾਤਰ। ਕੋਈ ਮੀਤ ਪ੍ਰਧਾਨ ਦਾ ਤਾਂ ਮੈਨੂੰ ਲੱਗਦਾ ਜਿਹੜੀ ਲੈਟਰ ਸਾਨੂੰ ਆਈ ਹੈ ਉਹ ਮੀਤ ਪ੍ਰਧਾਨ ਦੇ ਨਾਂ ਤੇ ਹੀ ਆਈ ਹੈ। ਕਾਨੂੰਨ ਤੌਰ ਤੇ ਅਸੀਂ ਮੀਤ ਪ੍ਰਧਾਨ ਬਣ ਚੁੱਕੇ ਹਾਂ। ਓਕੇ ਓਕੇ। ਐਕਚੁਅਲ ਦੇ ਵਿੱਚ ਅਸੀਂ ਇਹਨੂੰ ਉਹਦੇ ਨੂੰ ਅਸੈਪਟ ਨਹੀਂ ਕੀਤਾ। ਤਾਂ ਕਸ਼ਮੀਰੀ ਲਾਲ ਜੀ, ਤੁਹਾਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਮਿਲਿਆ, ਤਾਂ ਤੁਸੀਂ ਉਹਨੂੰ ਅਸੈਪਟ ਕੀਤਾ, ਜਾਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਸਾਡੇ ਕੋਲ ਲੈਟਰ ਆਈ ਹੈ, ਕਾਨੂੰਨੀ ਰੂਪ ਦੇ ਵਿੱਚ ਉਹਨਾਂ ਨੇ ਸਾਨੂੰ ਬਣਾ ਦਿੱਤਾ, ਕਿ ਪ੍ਰੋਟੋਕੋਲ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਕੋਈ ਰੁਤਬਾ ਹੈ ਜਾਂ ਕੋਈ ਡੈਜ਼ਿਗਨੇਸ਼ਨ ਇਸ ਤਰ੍ਹਾਂ ਦਾ ਹੈ, ਜਾਂ ਤੁਸੀਂ ਅਸੈਪਟ ਕੀਤਾ ਉਸ ਨੂੰ ਕਿ ਨਹੀਂ ਕੀਤਾ? ਨਹੀਂ ਕੀਤਾ ਜੀ ਅਸੈਪਟ ਮੈਂ ਉਹਨੂੰ। ਮਤਲਬ ਜਿਹੜਾ ਮੇਰੇ ਕੋਲ ਏਜੰਡਾ ਆਇਆ ਸੀ ਨਾ ਜੀ, ਪਹਿਲਾਂ ਮੀਟਿੰਗ ਪ੍ਰਧਾਨਗੀ ਦਾ ਏਜੰਡਾ ਆਇਆ ਸੀ, ਉਹਦੇ ਵਿੱਚ 2 ਹੀ ਮਤਲਬ ਲਿਖੇ ਹੋਏ ਸੀਗੇ, ਇੱਕ ਵਾਈਸ ਪ੍ਰਧਾਨ ਤੇ ਇੱਕ ਪ੍ਰਧਾਨ। ਇਹਨਾਂ ਨੇ ਚੱਕ ਕੇ 3 ਪਤਾ ਨਹੀਂ ਕਿੱਧਰਲੇ ਪਾਸੇ ਲਿਆਂਦੇ। ਸਾਡਾ ਕੋਈ ਮਤਲਬ ਨਹੀਂ ਸੀ ਇਸ ਗੱਲ ਨਾਲ ਵੀ 2, ਜਦੋਂ ਇੱਕ ਪਹਿਲਾਂ ਮੋਨਿਕਾ ਗਰਗ ਨੂੰ ਬਣਾਤਾ ਵਾਈਸ ਪ੍ਰਧਾਨ ਤੇ ਦੂਜਾ ਤਾਂ ਮੈਂ ਕਿਹਾ ਪ੍ਰਧਾਨ ਹੀ ਬਣਾਉਣਗੇ, ਤੇ ਇਹਨਾਂ ਨੇ ਮਗਰੋਂ ਨਾਂ ਲੈਤਾ ਵੀ ਇਹ ਮਤਲਬ ਇਹ ਤਾਂ ਮਤਲਬ ਸੀਨੀਅਰ ਮੀਤ ਪ੍ਰਧਾਨ। ਤੇ ਕੋਈ ਤੁਹਾਡੇ ਕੋਲ ਦਸਤਾਵੇਜ਼ ਆਇਆ ਇਸ ਤਰ੍ਹਾਂ ਦਾ ਸੀਨੀਅਰ ਮੀਤ ਪ੍ਰਧਾਨ ਦਾ? ਮੇਰੇ ਕੋਲ ਦਸਤਾਵੇਜ਼ ਆਇਆ ਸੀਗਾ ਜੀ, ਪਰ ਮੈਂ ਉਹਨੂੰ ਅਸੈਪਟ ਨਹੀਂ ਕੀਤਾਗਾ। ਮੈਂ ਜਦੋਂ ਹੁਣ ਆਪਣੀ ਸਾਡੀ ਮੀਟਿੰਗ ਹੋਈ ਆ,
ਮੈਂ ਉਹਦੇ ਵਿੱਚ ਵੀ ਕਸ਼ਮੀਰੀ ਲਾਲ MC ਲਿਖਿਆ ਜੀ। ਤਾਂ ਰਾਕੇਸ਼ ਕੁਮਾਰ ਰੋਮਾ ਜੀ, ਤੁਹਾਡੀ ਪਤਨੀ ਉੱਥੇ ਹਾਜ਼ਰ ਸੀ, ਤਾਂ 15 ਅਪ੍ਰੈਲ ਨੂੰ ਜਦੋਂ ਚੋਣ ਹੁੰਦਾ ਹੈ ਤਾਂ ਉਹ ਮੈਨੂੰ ਪਲੀਜ਼ ਤੁਹਾਡੇ ਨਾਲ ਤਾਂ ਘਰੇ ਮੈਨੂੰ ਲੱਗਦਾ ਜ਼ਰੂਰ ਸ਼ੇਅਰ ਕੀਤਾ ਹੋਊਗਾ ਤਾਂ ਡਿਸਕਸ ਹੋਇਆ, ਤਾਂ ਉਹ ਪਲੀਜ਼ ਉਹਨਾਂ ਨੇ ਕੀ ਇਨਸੀਡੈਂਟ ਦੱਸਿਆ ਵੀ ਉਹ ਕਿਸ ਤਰ੍ਹਾਂ ਇਸ ਦਾ ਚੁਣਾਵ ਹੋਇਆ? ਦੇਖੋ, ਸ਼ਾਮ ਨੂੰ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਵੀ ਅੰਦਰ ਕੀ ਵਿਵਾਦ ਹੋ ਗਿਆ, ਕੀ ਕਾਰਨ ਆ ਪ੍ਰਧਾਨਗੀ ਦਾ, ਤਾਂ ਮੈਨੂੰ ਉਹਨਾਂ ਨੇ ਦੱਸਿਆ ਵੀ ਸਾਡੇ ਤੋਂ ਜਾਣ ਸਾਰ ਦੋਨੇ ਸਾਈਨ ਕਰਵਾ ਲਏ ਗਏ ਹੈ, ਕਿਉਂਕਿ ਫਸਟ ਟਾਈਮ ਸੀ ਉਹ ਵੀ MC ਬਣੀ, ਮੈਂ ਵੀ ਸਾਬਕਾ ਕੌਂਸਲਰ, ਤੇ ਇਸ ਤੋਂ ਬਾਅਦ ਪ੍ਰੋਸੀਡਿੰਗ ਲਿਖੀ ਗਈ। ਪ੍ਰੋਸੀਡਿੰਗ ਲਿਖਣ ਤੋਂ ਬਾਅਦ ਜਦੋਂ ਸਾਈਨ ਹੋਣ ਤੋਂ ਬਾਅਦ ਨਾਮ ਅਨਾਉਂਸ ਕੀਤਾ ਤਾਂ ਉਦੋਂ ਉੱਥੇ ਰੌਲਾ ਪੈ ਗਿਆ, ਪ੍ਰਧਾਨਗੀ ਦਾ ਵਿਵਾਦ ਹੋ ਗਿਆ ਤੇ ਸਾਰੇ ਜਾਣੇ ਬਾਹਰ ਆ ਗਏ। ਤੇ ਮੈਂ ਕਹਿ ਸਕਦਾ ਕਿ ਹੁਣ ਪਰਸੋਂ ਦੀ ਜਿਹੜੀ ਮੀਟਿੰਗ ਹੋਈ ਉਹ ਮਤੇ ਨਾ ਪਾਸ ਹੋਣੇ, ਤਾਂ ਉਹਦਾ ਜਿਹੜਾ ਕਾਰਨ ਰਿਹਾ ਉਹ ਵੀ ਤੁਹਾਡੀ ਮਿਸਿਸ ਨੇ ਤੁਹਾਡੇ ਨਾਲ ਡਿਸਕਸ ਕੀਤਾ ਹੋਊਗਾ। ਦੇਖੋ, ਜਿੱਥੇ ਤੱਕ ਮਤਿਆਂ ਦਾ ਸਵਾਲ ਹੈ ਜੀ, ਤਾਂ ਉਹ ਅਸੀਂ ਆਪਦੇ ਗਰੁੱਪ ਨਾਲ ਡਿਸਕਸ ਕਰਕੇ ਹੀ ਗਏ ਸੀ ਵੀ ਉੱਥੇ ਮੀਟਿੰਗ ਦੇ ਵਿੱਚ ਕੀ ਆਪਾਂ ਕਰਨਾ ਹੈ, ਤਾਂ ਉਹਨਾਂ ਦੀ ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਮੈਨੂੰ ਲੱਗਦਾ ਠੀਕ ਲਿਆ। ਪਰ ਇੱਥੇ ਇੱਕ ਅਫਸੋਸ ਦੀ ਗੱਲ ਇਹ ਹੋਈ ਜੀ ਵੀ ਜਦੋਂ ਇੱਕ ਸਧਾਰਨ ਮੀਟਿੰਗ ਦਾ ਏਜੰਡਾ ਕੱਢਿਆ ਗਿਆ ਪ੍ਰਧਾਨ ਜੀ ਵੱਲੋਂ, ਤਾਂ ਉੱਥੇ ਇੰਨੀ ਪੁਲਿਸ ਫੋਰਸ ਲਾ ਕੇ ਤਾਂ 6 ਲੇਡੀਜ਼ MC ਹੈ ਔਰ ਮੰਡੀ ਦੇ ਮੋਹਤਵਾਰ ਹੈ ਬੰਦੇ ਆ, ਤਾਂ ਉਹਨਾਂ ਨੂੰ ਮਤਲਬ ਕਮੇਟੀ ਵਿੱਚ ਵਾੜਨ ਵਾਸਤੇ 50 ਬੰਦਿਆਂ ਦੀ ਫੋਰਸ ਲਾ ਕੇ, ਤਾਂ ਮੇਰੇ ਖਿਆਲ 'ਚ ਪਹਿਲੇ ਵਾਰੀ ਹੋਇਆ ਜੀ 2008 'ਚ ਮੈਂ ਵੀ MC ਰਿਹਾ, ਲੇਕਿਨ ਇਸ ਤਰ੍ਹਾਂ ਦਾ ਮੈਂ ਪਹਿਲੇ ਵਾਰੀ ਦੇਖਿਆ ਜੀ 50 ਬੰਦਿਆਂ ਦੀ ਫੋਰਸ ਲਾ ਕੇ ਕਮੇਟੀ ਦੇ ਮੇਨ ਗੇਟ ਨੂੰ ਲੋਕ ਲਾ ਕੇ ਅੰਦਰ ਮੀਟਿੰਗ ਕੀਤੀ ਜਾਂਦੀ ਹੈ। ਤਾਂ ਮੈਨੂੰ ਨਹੀਂ ਪਤਾ ਲੱਗਦਾ ਜਾਂ ਪ੍ਰਧਾਨ ਜੀ ਦੀ ਕੀ ਸਮਝ ਹੈ ਜਾਂ ਕੀ ਸਾਬਤ ਕਰਨਾ ਚਾਹੁੰਦੇ ਸੀ ਮੰਡੀ ਲਈ ਇਸ ਤਰ੍ਹਾਂ ਦਾ ਮਤਲਬ ਤਾਮਝਾਮ ਕਰਕੇ। ਤੁਹਾਡੇ ਤੋਂ ਇੱਕ ਗੱਲ ਜ਼ਰੂਰ ਜਾਣਨੀ ਚਾਹਾਂਗਾ, ਤਾਂ ਜਿੱਥੇ ਹੁਣ ਤੁਸੀਂ ਸਾਰੇ ਜੋ MC ਸਾਹਿਬਾਨ ਬੈਠੇ ਹੋ, ਤੁਸੀਂ ਉਹਨਾਂ ਦੇ ਮੋਨਿਕਾ ਗਰਗ ਦੇ ਪਤਨੀ ਹੋ, ਸਪਨਾ ਰਾਣੀ ਦੇ ਪਤਨੀ ਹਨ, ਤੁਹਾਡੇ ਪਤਨੀਆਂ ਕੌਂਸਲਰ ਹਨ, 2 ਮੌਜੂਦਾ ਮੇਰੇ ਕੋਲ ਇੱਥੇ ਬੈਠੇ ਹਨ, ਕਸ਼ਮੀਰੀ ਲਾਲ ਜੀ ਇਹਨਾਂ ਦੀ ਮਾਤਾ ਜੀ ਹਨ, ਤਾਂ ਤੁਹਾਨੂੰ ਪ੍ਰਧਾਨ ਅਸੈਪਟ ਨਹੀਂ, ਤਾਂ ਹੁਣ ਅਗਲੀ ਕਾਰਵਾਈ ਤੁਹਾਡੀ ਕੀ ਚੱਲ ਰਹੀ ਹੈ? ਦੇਖੋ, ਜਿਹੜਾ ਇਹ ਮਸਲਾ ਹੈ ਸਾਡੇ ਮਾਨਯੋਗ MLA ਸਾਹਿਬ ਦਾ, ਸਾਡੀ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ ਹੈ। ਉਹਨਾਂ ਨੂੰ ਸ਼ਹਿਰ ਦੇ ਵਿਕਾਸ ਲਈ ਅਤੇ ਮੰਡੀ ਦੇ ਹਿੱਤ ਲਈ ਸੋਚ ਵਿਚਾਰ ਕਰਕੇ ਜੋ ਉਹਨਾਂ ਨੂੰ ਸਹੀ ਲੱਗੇ ਤਾਂ ਉਸ ਤਰੀਕੇ ਦਾ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਹੈ। ਨਹੀਂ, ਮੈਂ ਇੱਥੇ ਇਹ ਗੱਲ ਕਹਾਂ, ਤੁਹਾਡੀ ਪਟੀਸ਼ਨ ਪਾਈ ਹੋਈ ਹੈ ਸਰ, ਮੈਂ ਕਾਨੂੰਨੀ ਦਾਅ ਪੇਚ ਤੋਂ ਗੱਲ ਕਰ ਰਿਹਾ, ਤੁਸੀਂ ਪਟੀਸ਼ਨ ਪਾਈ ਹੋਈ ਹੈ, ਠੀਕ ਹੈ? ਮੈਂ ਬੋਲਦਾ ਹਾਂਜੀ, ਜਿਹੜੀ ਤੁਸੀਂ ਪਟੀਸ਼ਨ ਦੀ ਗੱਲ ਕਰਦੇ ਹੋ, ਸਾਡਾ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਹੈ, ਉਹਦੀ 27 ਤਰੀਕ ਨੂੰ ਹੀਅਰਿੰਗ ਹੈ। ਉਹ ਮਾਨਯੋਗ ਹਾਈ ਕੋਰਟ ਜੋ ਨਿਰਦੇਸ਼ ਦੇਣਗੇ ਅਸੀਂ ਉਹਦੇ ਮੁਤਾਬਕ ਗਾਂਹ ਵਾਲਾ ਸਿਸਟਮ ਦੇਖਾਂਗੇ। ਤਾਂ ਇੱਥੇ ਮੇਰੇ ਜ਼ਿਹਨ 'ਚ ਕੁਝ ਹੋਰ ਸਵਾਲ ਆ ਰਹੇ ਹਨ। ਤੁਸੀਂ ਕਿਹਾ ਮਾਨਯੋਗ ਹਾਈ ਕੋਰਟ ਜੋ ਡਿਸੀਜਨ ਦੇਣਗੇ, ਸਰ ਦੇਖੋ, ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਉਹ ਇੱਕ ਆਰਡੀਨਰੀ ਕੇਸ ਹੈ। ਜੇ ਮੰਨ ਲਓ ਇਹ ਕੇਸ ਲੰਬਾ ਚੱਲਦਾ ਹੈ ਤਾਂ ਕੀ ਇੱਥੋਂ ਦੇ ਵਿਕਾਸ ਦੇ ਕੰਮ, ਪਬਲਿਕ ਦੇ ਕੰਮ, ਉਹਨਾਂ ਬਾਰੇ ਤੁਹਾਡਾ ਕੀ ਪਲਾਨਿੰਗ ਹੈ, ਕੀ ਸਟ੍ਰੈਟਜੀ ਹੈ? ਇਹ ਜਿਹੜਾ ਜੀ ਤੁਸੀਂ ਗੱਲ ਕਰਦੇ ਹੋ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਲੰਬਾ ਚੱਲਦਾ, ਇਹ ਮਾਨਯੋਗ ਹਾਈ ਕੋਰਟ ਨੇ ਸਾਡੀ ਇਹ ਡੇਟ ਬਹੁਤ ਲੰਮੀ ਪਾਤੀ ਸੀ ਪਹਿਲਾਂ। ਨਹੀਂ, 27 ਤਰੀਕ ਤੁਸੀਂ ਕਹੀ ਹੈ, ਤਰੀਕ ਤੋਂ ਬਾਅਦ ਇਹ 15/9 ਪਾਤੀ ਸੀਗੀ। ਨਹੀਂ 27 ਤਾਂ ਹਾਲੇ ਆਈ ਨਹੀਂ ਸਰ। 27 ਉਹ ਪਹਿਲਾਂ ਪਾਤੀ ਸੀ, 15/9 ਪਾਤੀ ਸੀ, ਪਰ ਜਿਹੜਾ ਸਾਡੇ ਵਕੀਲ ਨੇ ਕੋਰਟ ਨੂੰ ਦੁਬਾਰਾ ਬੇਨਤੀ ਕੀਤੀ ਤਾਂ ਉਹਨਾਂ ਨੇ ਇੱਥੋਂ ਮੰਡੀ ਦੇ ਮੁੱਦੇ ਨੂੰ ਦੇਖਦੇ ਹੋਏ, ਗੁਨਿਆਣਾ ਮੰਡੀ ਦੇ ਵਿਕਾਸ ਨੂੰ ਜਾਂ ਸਿਸਟਮ ਨੂੰ ਦੇਖਦੇ ਹੋਏ ਉਹਨਾਂ ਨੇ ਵਾਪਸ ਤਰੀਕ 27/5 ਹੀ ਦੇਤੀ। ਨਹੀਂ, ਤਰੀਕ ਦੇਤੀ ਸਰ। ਮੇਰਾ ਹੁਣ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕੀ ਕੁਐਸਚਨ ਆ, ਕੀ ਪੁੱਛਣਾ ਚਾਹੁੰਦਾ। ਮੇਰਾ ਮਤਲਬ ਹੈ ਜੇ ਇਹ ਕੇਸ ਤੁਹਾਡਾ ਲੰਬਾ ਚੱਲਦਾ ਹੈ, ਮੰਨ ਲਓ ਸਾਲ ਚੱਲਦਾ ਹੈ, 1.5 ਸਾਲ ਚੱਲਦਾ ਹੈ, ਹੋ ਸਕਦਾ ਹੈ ਆਉਣ ਵਾਲੀ 1 ਤਰੀਕ 'ਚ ਹੀ ਨਿਬੜ ਜਾਵੇ ਜਾਂ ਨਾ ਨਿਬੜੇ ਤਾਂ 2 ਸਾਲ ਨਾ ਨਿਬੜੇ, ਤਾਂ ਕੀ ਉਹਨਾਂ ਚਿਰ ਮੰਡੀ ਦਾ ਵਿਕਾਸ ਰੁਕਿਆ ਰਹੇਗਾ? ਕੀ ਉਹਨਾਂ ਚਿਰ ਮਤੇ ਪਾਸ ਨਹੀਂ ਹੋਣਗੇ? ਜਿਹੜੀ ਤਾਂ ਤੁਸੀਂ ਮਤਿਆਂ ਦੀ ਗੱਲ ਕਰਦੇ ਹੋ, ਉਹ ਤਾਂ ਅਸੀਂ 8 MC ਇਕੱਠੇ ਆ। ਅਸੀਂ ਮੰਡੀ ਦੇ ਵਿਕਾਸ ਨੂੰ ਨਾ ਅੱਜ ਰੁਕਣ ਦਈਏ ਨਾ ਪਹਿਲਾਂ ਰੁਕਣ ਦਿੱਤਾ, ਠੀਕ ਹੈ, ਕਿਉਂਕਿ ਅਸੀਂ ਇਹ 15 ਸਾਲਾਂ ਤੋਂ ਹੀ ਇਸ ਲਾਈਨ 'ਚ ਹੈ। ਠੀਕ ਹੈ, ਮੈਂ ਵੀ ਮੈਂਬਰ ਮਾਰਕੀਟ ਕਮੇਟੀ ਰਹਿ ਚੁੱਕਿਆ, ਮੇਰੀ ਵਾਈਫ ਪਹਿਲਾਂ MC ਰਹਿ ਚੁੱਕੀ ਹੈ, ਠੀਕ ਹੈ, ਹੁਣ ਵੀ ਅਸੀਂ MC ਹਾਂ। ਜੀ ਜੀ, ਮੇਰੇ ਵਾਰਡ ਦੇ ਮੇਰੇ ਹਿਸਾਬ ਨਾਲ ਕੋਈ ਅਜਿਹਾ ਸ਼ਖਸ ਨਹੀਂ ਹੋਊ ਜਿਹਨੂੰ ਸਾਡੇ ਤੋਂ ਸ਼ਿਕਾਇਤ ਹੋਵੇ, ਨਾ ਹੀ ਅਸੀਂ ਆਉਣ ਵਾਲੇ ਟਾਈਮ 'ਚ ਸ਼ਿਕਾਇਤ ਹੋਵੇ। ਮੈਂ ਤੁਹਾਡੇ ਇੱਕ ਮਿੰਟ ਨਰੇਸ਼ ਜੀ, ਮੈਂ ਤੁਹਾਡੇ ਵਾਰਡ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਸਮੁੱਚੀ ਗੁਨਿਆਣਾ ਦੀ ਗੱਲ ਕਰ ਰਿਹਾ। ਮੇਰਾ ਦੇਖੋ, ਮੇਰਾ ਮਤਲਬ ਇਹ ਹੈ ਸਮੁੱਚੀ ਗੁਨਿਆਣਾ ਦੇ ਹਿੱਤ ਦੇ ਵਿੱਚ ਜੇ ਲੰਬਾ ਸਮਾਂ ਕੇਸ ਚੱਲਦਾ ਉਹਦੇ ਬਾਰੇ ਤੁਸੀਂ ਉਸ ਬਾਰੇ ਆ ਰਿਹਾ ਸੀਗਾ। ਜਿਹੜੇ ਵਾਰਡ ਤੋਂ ਮੈਂ MC ਹਾਂ, ਪਹਿਲਾਂ ਮੈਂ ਆਪਦੇ ਵਾਰਡ ਦੀ ਗੱਲ ਕਰਦਾ ਸੀਗਾ। ਜੀ, ਨਾ ਅਸੀਂ ਪਹਿਲਾਂ ਉਹਨਾਂ ਨੂੰ ਕੋਈ ਤਕਲੀਫ ਹੋਣ ਦਿੱਤੀ ਹੈ, ਨਾ ਅਸੀਂ ਹੋਣ ਦਈਏ।
ਠੀਕ ਹੈ। ਉਸ ਤੋਂ ਬਾਅਦ ਵਾਰਡ ਤੋਂ ਬਾਹਰ ਉੱਠ ਕੇ ਅਸੀਂ ਗੁਨਿਆਣਾ ਮੰਡੀ ਦੇ ਲਈ ਆ ਜਾਂਦੇ ਹਾਂ ਸਾਰੀ ਲਈ। ਪੂਰੀ ਗੁਨਿਆਣਾ ਮੰਡੀ ਲਈ ਤਨ ਮਨ ਧਨ ਹਰ ਤਰੀਕੇ ਨਾਲ ਅਸੀਂ ਪਹਿਲਾਂ ਵੀ ਹਾਜ਼ਰ ਸੀ, ਅੱਜ ਵੀ ਹਾਜ਼ਰ ਹੈ। ਮੰਡੀ ਦਾ ਅਸੀਂ ਕੋਈ ਵਿਕਾਸ ਦਾ ਅਜਿਹਾ ਕੰਮ ਜਿਹੜਾ ਹੋਵੇ ਨਾ ਅਸੀਂ ਅੱਜ ਰੁਕਣ ਦਈਏ ਤੇ ਨਾ ਆਉਣ ਵਾਲੇ ਸਮੇਂ 'ਚ ਰੁਕਣ। ਨਹੀਂ ਨਰੇਸ਼ ਜੀ, ਤੁਸੀਂ ਕਹਿ ਰਹੇ ਹੋ ਅਸੀਂ ਰੁਕਣ ਨਹੀਂ ਦੇਵਾਂਗੇ, ਪਰ ਮਤੇ ਨਾ ਪਾਸ ਹੋ, ਜਦੋਂ ਮਤੇ ਨਹੀਂ ਪਾਸ ਹੋਣਗੇ ਤੇ ਕੰਮ ਕਿਵੇਂ ਕਰਾਉਂਗੇ? ਮਤੇ ਫਿਰ ਤੁਹਾਨੂੰ ਉਹੀ ਦੱਸ ਰਿਹਾ ਨਾ ਜੀ, ਜਿਹੜੇ ਮਤੇ ਜਿਹੜੇ ਪਹਿਲਾਂ ਸੀਗੇ, ਇਹ ਮਤਿਆਂ ਦੇ ਵਿੱਚ ਕੋਈ ਵਿਕਾਸ ਦੇ ਮਤੇ ਤਾਂ ਹੈ ਹੀ ਨਹੀਂ। ਮੈਂ ਗੱਲ ਕਰ ਲਾਂ, ਜੇ ਤੁਸੀਂ ਕਹਿੰਦੇ ਹੋ ਪਰਸੋਂ ਦੀ ਮੀਟਿੰਗ ਸੀ ਉਹਦੇ ਵਿੱਚ ਮਤੇ ਵਿਕਾਸ ਦੇ ਨਹੀਂ ਸੀ, ਮੈਂ ਗੱਲ ਕਰ ਰਿਹਾ ਸਰ ਨੈਕਸਟ ਦੀ ਫਿਊਚਰ ਦੀ ਗੱਲ ਕਰ ਰਿਹਾ। ਮੇਰੇ ਨਾਲ ਦੁੱਗਲ ਜੀ ਨੇ। ਮਨੋਜ ਜੀ, ਜੇ ਮੰਨ ਲਓ ਮਤੇ ਨੈਕਸਟ ਟਾਈਮ ਵੀ ਪਾਸ ਨਹੀਂ ਹੁੰਦੇ, ਤੁਹਾਡਾ ਕੇਸ ਲੰਬਾ ਚੱਲਦਾ, ਤਾਂ ਉਹਦੇ ਬਾਰੇ ਤੁਸੀਂ ਮੰਡੀ ਦੇ ਬਾਰੇ ਕੀ ਸਟ੍ਰੈਟਜੀ ਬਣਾਈ ਹੈ ਕਿ ਮੰਡੀ ਦੇ ਵਿਕਾਸ ਦੇ ਲਈ, ਮੰਡੀ ਦੇ ਕੰਮਾਂ ਦੇ ਲਈ ਤੁਸੀਂ ਕੀ ਪਲਾਨਿੰਗ ਕੀਤੀ ਹੈ? ਮੰਡੀ ਦੇ ਕੰਮ ਚਲਾਉਣ ਲਈ ਸਾਡੇ ਐਡਵੋਕੇਟ ਨਾਲ ਗੱਲ ਕਰਕੇ ਵੀ ਭਾਈ ਅਸੀਂ ਇਹਨੂੰ ਕਿਸ ਤਰੀਕੇ ਨਾਲ ਅਸੀਂ ਹੈਂਡਲ ਕਰੀਏ, ਅਸੀਂ ਮੰਡੀ ਦਾ ਨੁਕਸਾਨ ਵੀ ਨਹੀਂ ਹੋਣ ਦੇਣਾ। ਠੀਕ ਹੈ। ਮੇਰਾ ਸਵਾਲ ਹੀ ਇਹੀ ਸੀ ਸਰ, ਬਿਲਕੁਲ, ਵੀ ਮੰਡੀ ਦਾ ਨੁਕਸਾਨ ਵੀ ਨਹੀਂ ਹੋਣ ਦੇਣਾ ਤੇ ਸਾਡੀ ਜਿਹੜਾ ਹੱਕ ਆ ਸਾਡਾ, ਅਸੀਂ ਉਹਨੂੰ ਵੀ ਲੈ ਕੇ ਹਟਣਾ ਹੈਗਾ। ਉਸ ਤਰੀਕੇ ਨਾਲ ਅਸੀਂ ਉਹਨਾਂ ਦੀ ਸਲਾਹ ਨਾਲ ਸਾਡੀ ਕੋਸ਼ਿਸ਼ ਰਹੂਗੀ ਕਿ ਮੰਡੀ ਦਾ ਕਿਸੇ ਲੈਵਲ ਤੇ ਕੋਈ ਨੁਕਸਾਨ ਨਾ ਹੋਵੇ। ਰਕੇਸ਼ ਕੁਮਾਰ ਰੋਮਾ ਜੀ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿੰਦੇ ਜੇਈ ਸਾਹਿਬ ਤੇ ਈਓ ਸਾਹਿਬ ਨਾਲ ਮਿਲ ਕੇ ਅਸੀਂ ਉਹਦੇ ਨਾਲ ਵੀ ਡਿਸਕਸ ਕਰਾਂਗੇ ਮੰਡੀ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਕਰ ਸਕਦੇ। ਓਕੇ, ਅਸੀਂ 8 ਬੰਦਿਆਂ ਨਾਲ ਗੱਲ ਕਰਾਂਗੇ ਬੈਠ ਕੇ। ਓਕੇ, ਤਾਂ ਇਸ 8 ਬੰਦਿਆਂ ਦੀ ਤੁਸੀਂ ਗੱਲ ਕੀਤੀ। ਮੈਂ ਇੱਕ ਮਿੰਟ ਰੋਮਾ ਜੀ, ਤੁਸੀਂ 8 ਬੰਦਿਆਂ ਦੀ ਗੱਲ ਕੀਤੀ। ਇਸ ਟਾਈਮ ਮੇਰੇ ਨਾਲ ਮੌਜੂਦ ਹਨ 6 ਬੰਦੇ। ਜੇ ਮੈਂ ਗੱਲ ਕਰਾਂ ਮਨੋਜ ਕੁਮਾਰ ਮੁੰਨਾ ਜੀ 2 ਬੰਦਿਆਂ ਨੂੰ ਫੇਸ ਕਰਦੇ ਹਨ, ਇਹਨਾਂ ਦੀ ਮਾਤਾ ਜੀ ਨੂੰ। ਤਾਂ 2 ਜਿਹੜੇ ਕੈਂਡੀਡੇਟ ਹਨ, ਇੱਕ ਮੈਂ ਪਹਿਲਾਂ ਆਪਦੀ ਗੱਲ ਤੁਹਾਡੇ ਅੱਗੇ ਰੱਖ ਲਾਂ। ਇੱਕ ਕੈਂਡੀਡੇਟ ਹੈ ਉਹਨਾਂ ਵਿੱਚੋਂ ਜਿਹਦਾ ਆਪਾਂ ਅਕਾਲੀ ਦਲ ਦਾ ਰਸੂਖ ਮੰਨਦੇ ਹਾਂ, ਉਹ ਆਜ਼ਾਦ ਲੜਿਆ, ਰਮੇਸ਼ ਕੁਮਾਰ ਮੱਟੂ। ਦੂਸਰਾ ਨੋਨਾ ਜੀ ਦੀ ਪਤਨੀ ਹੈ, ਉਹ ਕੌਂਸਲਰ ਬਣੇ ਹੈ, ਕਾਂਗਰਸੀ ਸ਼ਹਿਰੀ ਪ੍ਰਧਾਨ ਉਹਨਾਂ ਦੀ ਪਤਨੀ ਨੂੰ ਹਰਾ ਕੇ। ਤਾਂ ਉਹ 2 ਕੈਂਡੀਡੇਟ ਸਰ, ਤੁਸੀਂ ਕਿਵੇਂ ਸਮਝ ਸਕਦੇ ਹੋ ਕਿ ਤੁਹਾਡੇ ਨਾਲ, ਕਿਵੇਂ ਕਹਿ ਸਕਦੇ ਹੋ ਵੀ ਅਕਾਲੀ ਦਲ ਦਾ ਬੰਦਾ ਕਾਂਗਰਸ ਦੇ ਨਾਲ ਸਮਰਥਨ ਕਰ ਰਿਹਾ? ਅਕਾਲੀ ਦਲ ਕਾਂਗਰਸ ਦਾ ਨਹੀਂ ਜੀ, ਅਸੀਂ ਕਾਂਗਰਸ ਦੇ 6 ਬੰਦੇ ਆ ਜੀ। ਠੀਕ ਹੈ। 6 ਬੰਦਿਆਂ ਨੂੰ ਉਹਨਾਂ ਨੇ ਮੈਜੋਰਟੀ ਦੇਖਦੇ ਹੋਏ ਸਾਨੂੰ ਉਹਨਾਂ ਨੇ ਸਮਰਥਨ ਦਿੱਤਾ ਹੈ, ਤਾਂ ਜੋ ਆਪਾਂ ਇਕੱਠੇ ਹੋ ਕੇ ਮੰਡੀ ਦਾ ਵਿਕਾਸ ਕਰ ਸਕੀਏ। ਇਹਦੇ ਵਿੱਚ ਅਕਾਲੀ ਜਾਂ ਆਜ਼ਾਦ ਦਾ ਕੋਈ ਮਤਲਬ ਨਹੀਂ। ਉਹਨਾਂ ਨੇ ਐਜ਼ ਅ ਮੈਜੋਰਟੀ ਸਾਨੂੰ ਸਮਰਥਨ ਦਿੱਤਾ ਹੈ। ਅਸੀਂ 6 ਬੰਦੇ ਕਾਂਗਰਸ ਦੇ ਆ ਤੇ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ, ਅਸੀਂ ਤੁਹਾਡੇ ਨਾਲ ਹੈ, ਤੁਹਾਡੀ ਮੈਜੋਰਟੀ ਜ਼ਿਆਦਾ ਹੈ, ਇਸ ਕਰਕੇ ਅਸੀਂ ਆਪਦਾ ਸਾਰੇ ਇਕੱਠੇ ਰਲ ਕੇ ਵਿਚਾਰ ਵਿਮਰਸ਼ ਕਰਾਂਗੇ। ਮਤਲਬ ਤੁਸੀਂ 8 ਜਿਹੜੇ ਕਾਉਂਸਲਰ ਹੋ, ਤੁਸੀਂ ਆਪਦੀ ਮੰਡੀ ਦੇ ਲਈ ਨਿਊ ਸਟ੍ਰੈਟਜੀ ਬਣਾਓਗੇ, ਨਿਊ ਪਲੈਨਿੰਗ ਬਣਾਓਗੇ, ਜਿਸ ਦੇ ਨਾਲ ਮੰਡੀ ਦਾ ਵਿਕਾਸ ਨਾ ਰੁਕ ਸਕੇ। ਤਾਂ ਹੋਰ ਮੈਂ ਤੁਹਾਡੇ ਤੋਂ ਫਿਰ ਪੁੱਛਣਾ ਚਾਹੁੰਦਾ, ਨਰੇਸ਼ ਕੁਮਾਰ ਜੀ ਕੁਝ ਕਹਿਣਾ ਚਾਹੁੰਦੇ ਹਨ? ਹਾਂਜੀ ਨਰੇਸ਼ ਕੁਮਾਰ। ਨਹੀਂ, ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ। ਸਾਡੀ ਜਿਹੜੀ ਮਿਊਨਿਸਪਲ ਐਕਟ ਹੈਗਾ, ਉਹ 'ਚ ਸਾਡੀ ਵਕੀਲ ਸਾਹਿਬ ਨਾਲ ਰਾਏ ਹੋਈ ਹੈ। ਉਹਨਾਂ ਨੇ ਅਜੇ ਪੂਰਾ ਤਾਂ ਨਹੀਂ ਦੱਸਿਆ, ਪਰ ਉਹ ਰਾਏ ਦੇ ਰਹੇ ਸੀ ਵੀ ਜਿਹੜੇ ਜਿੱਧਰ ਮੈਜੋਰਟੀ ਜ਼ਿਆਦਾ ਹੋਵੇ ਉੱਧਰ 3 ਮੈਂਬਰੀ ਕਮੇਟੀ ਬਣ ਜਾਂਦੀ ਹੁੰਦੀ ਹੈ। ਅੱਛਾ, ਵੀ ਜਦੋਂ 3 ਮੈਂਬਰੀ ਕਮੇਟੀ ਬਣ ਜਾਂਦੀ ਹੈ ਤਾਂ ਉਹ 3 ਮੈਂਬਰੀ ਕਮੇਟੀ ਸਾਰੇ ਮਤੇ ਪਾਸ ਕਰ ਸਕਦੀ ਹੁੰਦੀ ਹੈ। ਓਕੇ। ਤਾਂ ਅਸੀਂ ਮੰਡੀ ਦੇ ਵਿਕਾਸ ਦਾ ਕੋਈ ਅਜਿਹਾ ਕੰਮ ਜਿਹੜਾ ਮੰਡੀ ਦੇ ਵਿਕਾਸ ਦੇ ਲਈ ਹੋਵੇ ਤਾਂ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਕਰਾਂਗੇ। ਦੇਖੋ, ਆਪਣੀ ਤੁਹਾਨੂੰ ਵੋਟਰਾਂ ਨੇ ਚੁਣ ਕੇ ਭੇਜਿਆ, ਔਰ ਮੇਰਾ ਵੀ ਇੱਕ ਸਮਾਜਿਕ ਹੱਕ ਬਣਦਾ ਹੈ, ਔਰ ਮੇਰਾ ਫਰਜ਼ ਵੀ ਬਣਦਾ ਹੈ ਕਿ ਆਪਾਂ ਗੁਨਿਆਣਾ ਮੰਡੀ ਦੇ ਲਈ ਕੰਮ ਕਰੀਏ, ਔਰ ਰਲ ਮਿਲ ਕੇ ਕੰਮ ਕਰੀਏ, ਔਰ ਇਸ ਦੇ ਵਿਕਾਸ ਕਾਰਜਾਂ ਦੇ ਲਈ ਕੰਮ ਕਰੀਏ। ਤਾਂ ਜਿਸ ਤਰ੍ਹਾਂ ਮੁੰਨਾ ਜੀ ਨੇ ਦੱਸਿਆ ਕਿ ਅਸੀਂ ਇੱਕ ਨਵੀਂ ਸਟ੍ਰੈਟਜੀ ਬਣਾਵਾਂਗੇ, ਤਾਂ ਤੁਸੀਂ ਵੀ ਦੱਸਿਆ ਕਿ ਅਸੀਂ ਇੱਕ ਨਵੀਂ 3 ਮੈਂਬਰੀ ਕਮੇਟੀ ਐਕਟ ਦੇ ਅਧੀਨ ਬਣਾ ਸਕਦੇ ਹਾਂ। ਤਾਂ ਇਹਨਾਂ ਨੇ ਦੱਸਿਆ ਕਿ ਸਾਨੂੰ 2 ਬਾਹਰਲੇ ਕੌਂਸਲਰ ਸਾਨੂੰ ਦੇ ਰਹੇ ਹਨ, ਸਮਰਥਨ ਦੇ ਰਹੇ ਹਨ, ਅਸੀਂ ਰਲ ਮਿਲ ਕੇ ਆਪਦਾ ਕਰਾਂਗੇ। ਕਸ਼ਮੀਰੀ ਲਾਲ ਜੀ ਨੇ ਵੀ ਦੱਸਿਆ ਕਿ ਅਸੀਂ ਵਿਕਾਸ ਕਾਰਜਾਂ ਨੂੰ ਠੱਲ ਨਹੀਂ ਪਾਉਣ ਦੇਵਾਂ। ਮਨੋਜ ਕੁਮਾਰ ਮੁੰਨਾ ਜੀ ਕੁਝ ਕਹਿਣਾ ਚਾਹੁੰਦੇ ਹਨ? ਹਾਂਜੀ ਸਰ। ਸਰ, ਮੈਂ ਤੁਹਾਡੇ ਨਿਊਜ਼ ਚੈਨਲ ਰਾਹੀਂ ਮੈਂ ਸਾਡੀ ਗੁਨਿਆਣਾ ਮੰਡੀ ਦੇ ਹਰ ਇੱਕ ਵਸਨੀਕ ਨੂੰ ਇੱਕ ਬੇਨਤੀ ਕਰਦਾ ਕਿ ਜਿੱਦਾਂ ਬੀਤੇ ਦਿਨੀ ਮਨਮੋਹਨ ਢੀਂਗੜੇ ਵੱਲੋਂ ਪ੍ਰੈਸ ਵਿੱਚ ਬਿਆਨ ਦਿੱਤਾ ਗਿਆ ਕਿ ਸਾਡੇ ਵਿਕਾਸ ਦੇ ਕੰਮਾਂ ਨੂੰ ਜਿਹੜੇ ਕੁਝ ਸ਼ਰਾਰਤੀ ਅੰਸਰ ਢਾਹ ਲਾ ਰਹੇ ਨੇ, ਉਸ ਵਿਸ਼ੇ 'ਚ ਗੁੰਮਰਾਹ ਹੋਣ ਦੀ ਕੋਈ ਲੋੜ ਨਹੀਂ। ਅਸੀਂ ਮੰਡੀ ਦੇ ਹਿੱਤ ਲਈ ਚੁਣ ਕੇ ਗਏ ਹਾਂ ਤੇ ਮੰਡੀ ਦੇ ਹਿੱਤ ਲਈ ਹੀ ਕੰਮ ਕਰਾਂਗੇ। ਅਸੀਂ ਵਚਨਬੱਧ ਹਾਂ ਮੰਡੀ ਦੇ ਹਿੱਤ ਲਈ ਕੰਮ ਕਰਨ ਨੂੰ, ਤੇ ਸਾਡੀ ਸੋਚ ਵੀ ਹੋ ਸਕਦਾ ਮੰਡੀ ਦੇ ਪ੍ਰਤੀ ਉਹਨਾਂ ਨਾਲੋਂ ਵੀ ਉੱਚੀ ਹੋਵੇ। ਜ਼ਰੂਰੀ ਨਹੀਂ ਹਰ ਗੱਲ ਜ਼ਾਹਰ ਕੀਤੀ ਜਾਵੇ। ਤਾਂ ਦੋਸਤੋ, ਤੁਸੀਂ ਦੇਖਿਆ ਕਿ ਜਿੱਥੇ ਸਪਨਾ ਰਾਣੀ ਦੇ ਪਤੀ
ਕੌਂਸਲਰ ਸਪਨਾ ਰਾਣੀ ਦੇ ਪਤੀ ਰਕੇਸ਼ ਕੁਮਾਰ ਰੋਮਾ ਅਤੇ ਮੋਨਿਕਾ ਗਰਗ ਕੌਂਸਲਰ ਦੇ ਪਤੀ ਨਰੇਸ਼ ਕੁਮਾਰ ਫੈਸ਼ਨ ਕੈਂਪ ਵਾਲੇ, ਮਨੋਜ ਕੁਮਾਰ ਮੁੰਨਾ ਕੌਂਸਲਰ ਅਤੇ ਇਹਨਾਂ ਦੀ ਮਾਤਾ ਜੀ ਕੌਂਸਲਰ ਅਤੇ ਕਸ਼ਮੀਰੀ ਲਾਲ ਜੀ ਕੌਂਸਲਰ। ਇਹਨਾਂ 5 ਮੌਜੂਦ ਹਨ। 6ਵੇਂ ਮਨੋਜ ਕੁਮਾਰ ਮੁੰਨਾ ਜੀ ਦੀ ਮਾਤਾ ਨਹੀਂ ਹਨ, ਉਹ ਇਹਨਾਂ ਨੂੰ ਰਿਪਰੈਜ਼ੈਂਟ ਇਹ ਕਰ ਰਹੇ ਹਨ ਆਪਣੀ ਮਾਤਾ ਨੂੰ। ਤਾਂ ਇਹਨਾਂ 6 ਨੇ ਕਿਹਾ ਕਿ ਅਸੀਂ ਗੁਨਿਆਣਾ ਦੇ ਕਿਸੇ ਵੀ ਵਿਕਾਸ ਕਾਰਜ ਨੂੰ ਠੱਲ ਨਹੀਂ ਪਾਵਾਂਗੇ। ਅਸੀਂ ਕੋਈ ਨਾ ਕੋਈ ਸਟ੍ਰੈਟਜੀ ਬਣਾ ਕੇ, ਕੋਈ ਨਾ ਕੋਈ ਪਲਾਨਿੰਗ ਕਰਕੇ, ਜੇ ਹਾਈ ਕੋਰਟ ਦੇ ਵਿੱਚ ਕੇਸ ਲੰਬਾ ਚੱਲਦਾ ਹੈ ਤਾਂ ਅਸੀਂ ਕੋਈ ਨਾ ਕੋਈ ਪਲਾਨਿੰਗ ਕਰਕੇ ਗੁਨਿਆਣਾ ਦੇ ਵਿਕਾਸ ਕਾਰਜ ਕਰਦੇ ਰਵਾਂਗੇ। ਇਸ ਟਾਈਮ ਮੇਰੇ ਨਾਲ ਮੌਜੂਦ ਹਨ ਮੰਜੂ ਬਾਲਾ ਕੌਂਸਲਰ ਦੇ ਪਤੀ ਰਮੇਸ਼ ਕੁਮਾਰ ਮੱਟੂ ਜੀ, ਜੋ ਕਿ ਸਮਾਜ ਸੇਵਾ ਦੇ ਵਿੱਚ ਵੀ ਆਪਣਾ ਅਹਿਮ ਰੋਲ ਨਿਭਾ ਰਹੇ ਹਨ। ਔਰ ਰਾਜਨੀਤਿਕ ਪੱਖ ਤੋਂ ਜੇ ਮੈਂ ਗੱਲ ਕਰਾਂ ਤਾਂ ਇਹਨਾਂ ਦਾ ਸੰਬੰਧ ਸਿੱਧਾ ਤੇ ਸਿੱਧਾ ਸ਼੍ਰੋਮਣੀ ਅਕਾਲੀ ਦਲ ਨਾਲ ਜਾਂਦਾ ਹੈ। ਤਾਂ ਰਮੇਸ਼ ਕੁਮਾਰ ਮੱਟੂ ਜੀ, ਤੁਹਾਡਾ ਮੈਂ ਇੱਥੇ ਆਉਣ ਤੇ ਜੀ ਆਇਆ ਕਹਿੰਦਾ ਤੁਹਾਨੂੰ। ਮੱਟੂ ਜੀ, ਪਰਸੋਂ ਦੀ ਜਿਹੜੀ ਮੀਟਿੰਗ ਰਹੀ ਉਹ ਬੇਸਿੱਟਾ ਰਹੀ। ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਮਤੇ ਕਿਹੜੇ ਸਨ? ਭਾਬੀ ਜੀ ਨੇ ਤੁਹਾਡੇ ਨਾਲ, ਭੈਣ ਜੀ ਨੇ ਤੁਹਾਡੇ ਨਾਲ ਗੱਲ ਕਲੀਅਰ ਕੀਤੀ ਹੋਊਗੀ, ਦੱਸਿਆ ਹੋਊਗਾ। ਤਾਂ ਉਹ ਮਤੇ ਕਿਹੜੇ ਸਨ ਜਿਨ੍ਹਾਂ ਮਤਿਆਂ ਨੂੰ ਪੜਨ ਤੋਂ ਬਾਅਦ ਹੀ ਇੱਕਦਮ ਹੀ 8 ਦੇ 8 ਕੌਂਸਲਰ ਤੁਸੀਂ ਉਹਨਾਂ ਮਤਿਆਂ ਤੇ ਨਾਮਨਜ਼ੂਰ ਹੋਏ? ਪਹਿਲਾਂ ਤਾਂ ਮੈਂ ਪ੍ਰਿਤਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਮੰਡੀ ਦੀ ਹਰੇਕ ਸਮੱਸਿਆ ਨੂੰ ਮੂਹਰੇ ਲੈ ਕੇ ਚੱਲਦੇ ਹੋ ਔਰ ਮੰਡੀ ਦੀ ਸਮੱਸਿਆ ਨੂੰ ਔਰ ਮੰਡੀ ਦੀ ਆਵਾਜ਼ ਨੂੰ ਟੀਵੀ ਚੈਨਲਾਂ ਰਾਹੀਂ ਦੇਸ਼ ਵਿੱਚ ਪਹੁੰਚਾਉਂਦੇ ਹੋ। ਮੈਂ ਇਸ ਗੱਲ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮਿਹਰਬਾਨੀ। ਤੇ ਜਿਹੜੀ ਪ੍ਰਿਤਪਾਲ ਜੀ ਤੁਸੀਂ ਇਹ ਏਜੰਡੇ ਦੀ ਗੱਲ ਕਰ ਰਹੇ ਹੋ, ਜੋ ਕਿ ਪਰਸੋਂ ਜੋ ਮੀਟਿੰਗ ਵਿੱਚ ਏਜੰਡਾ ਆਇਆ, ਉਸ ਏਜੰਡੇ ਕਿਹੜੇ ਸਨ? ਪ੍ਰਿਤਪਾਲ ਜੀ, ਉਹਦੇ ਵਿੱਚ ਇੱਕ ਏਜੰਡਾ ਸੀ ਜਿਹੜੀ ਤਹਿਸੀਲ ਦੇ ਕਿਰਾਏ ਬਾਰੇ ਸੀ ਜੀ। ਅੱਛਾ। ਇੱਕ ਏਜੰਡਾ ਸੀ ਟਰੈਕਟਰ ਟਰਾਲੀ ਲੈਣ ਵਾਸਤੇ, ਇੱਕ ਏਜੰਡਾ ਸੀ ਟਰੈਕਟਰ ਲੈਣ ਵਾਸਤੇ, ਇੱਕ ਏਜੰਡਾ ਸੀ ਫਰਨੀਚਰ ਲੈਣ ਵਾਸਤੇ, ਇੱਕ ਏਜੰਡਾ ਸੀ ਵੀ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਵਾਸਤੇ, ਤੇ ਇੱਕ ਏਜੰਡਾ ਦੇ ਵਿੱਚ ਏਮ ਸੀ ਕਿ ਜਿਹੜੇ ਇਹਨਾਂ ਨੇ ਕੰਮ ਕਰਾਏ ਹੋਏ ਆ, ਹੁਣ ਠੇਕੇਦਾਰ ਉਹਨਾਂ ਤੋਂ ਪੇਮੈਂਟ ਮੰਗਦੇ ਆ, ਉਹ ਕੰਮਾਂ ਨੂੰ ਜੇਈ ਸਾਹਿਬ ਤੋਂ ਏਜੰਡੇ ਵਿੱਚ ਲਿਆ ਕੇ ਉਹਨਾਂ ਨੂੰ ਏਜੰਡਾ ਬਣਾ ਲਿਆ। ਜਿਸ ਤਰ੍ਹਾਂ ਜੀ ਹੁਣ ਨਗਰ ਪਾਲਿਕਾ ਨੂੰ ਰੰਗ ਕਰਾਇਆ ਜੀ। ਅੱਛਾ। ਨਗਰ ਪਾਲਿਕਾ ਨੂੰ ਰੰਗ ਕਰਾਇਆ। ਹੁਣ ਆਪਣੇ ਪੁਰਾਣੇ ਠੇਕੇਦਾਰ ਭੱਜ ਗਏ। ਮਾਰ ਰੋਡ ਤੇ ਤੁਸੀਂ ਮੇਰੇ ਨਾਲ ਪਹਿਲਾਂ ਵੀ ਗਏ ਸੀ, 6 ਮਹੀਨਿਆਂ ਦਾ ਉਹ ਕੰਮ ਚੱਲੀ ਜਾਂਦਾ ਹੈ। ਉਹ ਮਾਰ ਰੋਡ ਤੇ ਕੰਮ ਉਹ ਠੇਕੇਦਾਰ ਭੱਜ ਗਏ, ਉਹਨਾਂ ਨੂੰ ਇਹਨਾਂ ਨੇ ਬਲੈਕ ਲਿਸਟ ਨਹੀਂ ਕੀਤਾ। ਨਵੇਂ ਠੇਕੇਦਾਰਾਂ ਨੂੰ ਬਿਨਾਂ ਗੱਲਬਾਤ ਤੋਂ ਉਹ ਕੰਮ ਦੇਤੇ। ਹੁਣ ਉਹ ਠੇਕੇਦਾਰ ਨੂੰ ਕੰਮ ਤਾਂ ਇਹਨਾਂ ਨੇ ਦੇਤੇ, ਉਹਦੀ ਪੇਮੈਂਟ ਕਿਵੇਂ ਕਰਨਗੇ? ਦੇਖੋ ਜੀ, ਉਹ ਜਿਹੜੇ ਕੰਮ ਇਹਨਾਂ ਨੇ ਠੇਕੇਦਾਰਾਂ ਨੂੰ ਬਲੈਕ ਲਿਸਟ ਨਹੀਂ ਕੀਤਾ, ਉਹਨਾਂ ਨੂੰ ਰਜਾਮੰਦੀ ਨਾਲ ਭਜਾਤਾ, ਉਹਦੀ ਥਾਂ ਤੇ ਨਵੇਂ ਠੇਕੇਦਾਰ ਨੂੰ ਕੰਮ ਦੇਤਾ। ਦੇਖੋ, ਠੇਕੇਦਾਰ ਰੋਜ਼ ਆਪਦੀ ਲੇਬਰ ਨੂੰ ਪੇਮੈਂਟ ਦੀ ਜਾਂਦੇ ਆ, ਰੋਜ਼ ਉਹ ਕੰਮਾਂ ਤੇ ਦੇਖੋ ਸਮਾਨ ਆ ਕੇ ਲੱਗੀ ਜਾਂਦਾ, ਉਹਨਾਂ ਨੇ ਪੇਮੈਂਟ ਤਾਂ ਮੰਗਣੀ ਹੈ। ਉਹਨਾਂ ਜਦੋਂ ਪੇਮੈਂਟ ਮੰਗਦੇ ਆ, ਇਹਨਾਂ ਨੇ ਉਹ ਕੰਮਾਂ ਨੂੰ ਏਜੰਡੇ ਵਿੱਚ ਲਿਆ ਕੇ ਜੇਈ ਤੋਂ ਉਹ ਗੋਲ ਮੋਲ ਤਰੀਕੇ ਨਾਲ ਸਾਡੇ ਤੋਂ ਪਾਸ ਕਰਾਉਣਾ ਸੀ, ਫਿਰ ਉਹਨਾਂ ਨੂੰ ਐਮਈ ਤੇ ਚੜਾ ਕੇ ਬਿੱਲ ਬਣਾ ਕੇ ਉਹਨਾਂ ਨੂੰ ਪੇਮੈਂਟ ਦੇਣਾ ਸੀ। ਇਹਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਕੀਤੇ ਹੋਏ ਕੰਮਾਂ, ਕੁਝ ਕੰਮਾਂ ਨੂੰ ਵੀ ਏਜੰਡੇ ਦਾ ਰੂਪ ਦਿੱਤਾ ਗਿਆ, ਤਾਂ ਉਹਨਾਂ ਨੂੰ ਨਾਮਨਜ਼ੂਰ ਕਰਨਾ ਇਹ 8 ਕੌਂਸਲਰਾਂ ਦਾ ਇੱਕ ਸਾਰਿਆਂ ਦੀ ਨਿੱਜੀ ਪਲੈਨਿੰਗ ਸੀ ਜਾਂ ਇੱਕ ਯੂਨਿਟੀ ਸੀ? ਨਹੀਂ, ਦੇਖੋ ਸਾਡੀ ਕੋਈ, ਮੈਂ ਪਹਿਲਾਂ ਇੱਕ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਾਡੀ ਗੁਨਿਆਣੇ ਮੰਡੀ ਦੇ ਵਿਕਾਸ ਨੂੰ ਰੋਕਣ ਵਾਸਤੇ ਕੋਈ ਪਲੈਨਿੰਗ ਨਹੀਂ। ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਚੰਗੇ ਇਨਸਾਨ ਸਮਝ ਕੇ ਜਿਤਾ ਕੇ ਭੇਜਿਆ ਕਿ ਵੀ ਇਹ ਕੰਮ ਕਰਾ ਸਕਦੇ ਆ। ਜੀ ਜੀ ਜੀ। ਦੇਖੋ, ਮੈਂ 3 ਵਾਰੀ ਐਮਸੀ ਬਣਿਆ, ਕੋਈ ਜੇ ਮੇਰੇ ਵਿੱਚ ਕੁਝ ਲੋਕਾਂ ਨੂੰ ਦਿਖਦਾ ਹੈ ਤਾਂ ਹੀ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਂਦੇ ਆ, ਔਰ ਅਸੀਂ ਕੰਮ ਕਰਦੇ ਵੀ ਆ। ਅਸੀਂ ਕਹਿੰਦੇ ਆ, ਮੈਨੂੰ ਐ ਦੱਸੋ ਵੀ ਮੰਡੀ ਵਿੱਚ 6 ਮਹੀਨੇ ਹੋ ਗਏ ਮਾਰ ਰੋਡ ਤੇ ਦੇਖੋ ਕਿੱਡਾ ਗੰਦ ਪੈ ਰੱਖਿਆ, ਦੁਕਾਨਦਾਰਾਂ ਦੇ ਕਾਰੋਬਾਰ ਖਤਮ ਹੋ ਗਏ। ਉਸ ਵਾਸਤੇ ਤਾਂ ਇਹਨਾਂ ਨੇ ਕੋਈ ਪਲੈਨਿੰਗ ਨਹੀਂ ਬਣਾਈ, ਤੇ ਫਰਨੀਚਰ ਵਾਸਤੇ ਪਲੈਨਿੰਗ ਬਣਾਤੀ। ਮੈਨੂੰ ਐਂ ਦੱਸੋ ਵੀ 2-3 ਲੱਖ ਦੇ ਫਰਨੀਚਰ ਦੀ ਕੀ ਲੋੜ ਹੈ? ਸਾਡੇ ਕੋਲ 3 ਟਰੈਲੀਆਂ ਖੜੀਆਂ, ਉਹ ਟਰੈਲੀਆਂ ਦੀ ਕੀ ਲੋੜ ਹੈ? 3 ਟਰੈਕਟਰ ਖੜੇ ਹੈ, ਟਰੈਕਟਰ ਦੀ ਕੀ ਲੋੜ ਹੈ? ਅੰਦਰ ਕੰਪਿਊਟਰ ਸੈੱਟ ਵੀ ਹੈਗਾ, ਪ੍ਰਿੰਟਿੰਗ ਸੈੱਟ ਵੀ ਹੈਗਾ, ਕੀ ਲੋੜ ਹੈ? ਪਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ। ਅਸੀਂ ਦੇਖੋ ਅਕਾਲੀ ਦਲ ਦੇ ਤਾਂ 2 ਹੀ ਐਮਸੀ ਹੈ, ਬਾਕੀ 11 ਐਮਸੀ ਦੇਖੋ ਆਪਣੇ। ਦੇਖੋ, ਮੈਂ ਇੱਥੇ ਫਿਰ ਵਿੱਚ ਕੱਟ ਰਿਹਾ ਤੁਹਾਡੀ ਗੱਲ। ਤੁਸੀਂ ਸਿੰਬਲ ਤੇ ਨਹੀਂ ਲੜੇ, ਨਹੀਂ ਲੜੇ, ਅਕਾਲੀ ਦਲ ਦੇ ਸਿੰਬਲ ਤੇ ਨਹੀਂ ਲੜੇ, ਪਰ
ਤੁਸੀਂ ਅਕਾਲੀ ਦਲ ਨੂੰ ਸਮਰਥਨ ਕਰਦੇ ਹੋ। ਤਾਂ ਇੱਥੇ ਇੱਕ ਗੱਲ ਮੇਰੇ ਜ਼ਿਹਨ 'ਚ ਹੋਰ ਆ ਰਹੀ ਹੈ ਜੀ, ਦੇਖੋ ਜਿਹੜਾ ਇਹਨਾਂ ਦਾ ਕਾਂਗਰਸੀਆਂ ਦਾ ਨਿੱਜੀ ਰੌਲਾ ਚੱਲ ਰਿਹਾ ਹੈ ਪ੍ਰਧਾਨਗੀ ਨੂੰ ਲੈ ਕੇ, ਠੀਕ ਹੈ ਜੀ, ਤੁਸੀਂ ਉਸ ਦੇ ਵਿੱਚ ਇੱਕ ਸਮਰਥਨ ਕਰ ਰਹੇ ਹੋ ਕਿਸ ਧਿਰ ਨੂੰ? ਜਿਸ ਧਿਰ ਨੂੰ ਤੁਸੀਂ ਸਮਰਥਨ ਕਰ ਰਹੇ ਹੋ, ਤੁਸੀਂ ਕੀ ਸਮਝਦੇ ਹੋ ਕਿ ਮੋਹਨ ਤਿੰਗੜੇ ਦੀ ਧਿਰ ਨੂੰ ਸਮਰਥਨ ਨਾ ਕਰਕੇ ਦੂਜੀ ਧਿਰ ਨੂੰ ਸਮਰਥਨ ਕਰਨ ਨਾਲ ਵਿਕਾਸ ਹੁੰਦਾ ਹੈ, ਜਾਂ ਇਹ ਤੁਹਾਡਾ ਨਿੱਜੀ ਫੈਸਲਾ ਹੈ? ਦੇਖੋ ਜੀ, ਜਿਹੜੇ ਤੁਸੀਂ ਸਮਰਥਨ ਦੀ ਗੱਲ ਕਰਦੇ ਹੋ, ਕੁਦਰਤੀ ਜਿਹੜੇ ਆਜ਼ਾਦ ਉਮੀਦਵਾਰ ਹੁੰਦੇ ਆ ਉਹਦਾ ਬਹੁਮਤ ਵਾਲੇ ਪਾਸੇ ਹੀ ਜਾਂਦੇ ਆ। ਠੀਕ ਹੈ। ਹੁਣ ਇੱਕ ਪਾਸੇ 6 ਹੈ, ਇੱਕ ਪਾਸੇ 5 ਹੈ ਜੀ, ਤੇ ਅਸੀਂ ਤਾਂ ਹੁਣ 6 ਵਾਲੇ ਨਾਲ ਹੀ ਜਾਵਾਂਗੇ। ਮਤਲਬ ਕਿ ਤੁਸੀਂ ਇਹ ਹੋ ਗਿਆ ਵੀ ਕਾਂਗਰਸ ਪਾਰਟੀ ਅਕਾਲੀ ਦਲ ਦੇ ਇੱਕ ਸ਼ਖਸ ਜਾਂ ਦੋ ਸ਼ਖਸ ਪਿੱਛੇ ਖੜੀ ਹੈ ਕਿ ਉਹ ਜਿੱਧਰ ਦੋ ਦਾ ਝੁਕਾਅ ਹੋ ਜਾਊਗਾ ਤਾਂ ਕਾਂਗਰਸ ਉੱਧਰ ਚਲੀ ਜਾਊਗੀ। ਨਹੀਂ ਨਹੀਂ, ਦੇਖੋ ਜੀ, ਕੁਦਰਤੀ ਗੱਲ ਆ, ਜਿਹੜੇ ਆਜ਼ਾਦ ਉਮੀਦਵਾਰ, ਮੈਂ ਤੁਹਾਨੂੰ ਪਹਿਲਾਂ ਵੀ ਪ੍ਰਿਤਪਾਲ ਜੀ ਦੱਸਿਆ ਵੀ ਜਿਹੜੇ ਪਾਸੇ ਬਹੁਮਤ ਦਾ ਆਜ਼ਾਦ ਉਮੀਦਵਾਰ ਹੁੰਦਾ ਕੁਝ ਤਾਂ 2 ਜਣੇ ਆ, ਕੋਈ ਹੁਣ ਸਾਡੇ ਕੰਮ ਕਰਨ ਨਾ ਕਰਨ, ਪਾਣ ਨਾ ਪਾਣੇ ਦਾ ਅਸੀਂ ਆਪਦੀ ਹਿੰਮਤ ਨਾਲ ਪਾਣੇ ਆ, ਪਰ ਅਸੀਂ ਤਾਂ ਬਹੁਮਤ ਵਾਲੇ ਪਾਸੇ ਜਾਵਾਂਗੇ ਨਾ ਜੀ। ਮਤਲਬ ਕਿ ਤੁਸੀਂ ਇਹ ਹੋ ਗਿਆ ਵੀ ਕਾਂਗਰਸ ਪਾਰਟੀ ਅਕਾਲੀ ਦਲ ਦੇ ਇੱਕ ਸ਼ਖਸ ਜਾਂ ਦੋ ਸ਼ਖਸ ਪਿੱਛੇ ਖੜੀ ਹੈ ਕਿ ਉਹ ਜਿੱਧਰ ਦੋ ਦਾ ਝੁਕਾਅ ਹੋ ਜਾਊਗਾ ਤਾਂ ਕਾਂਗਰਸ ਉੱਧਰ ਚਲੀ ਜਾਊਗੀ। ਨਹੀਂ ਨਹੀਂ, ਦੇਖੋ ਜੀ, ਕੁਦਰਤੀ ਗੱਲ ਆ, ਜਿਹੜੇ ਆਜ਼ਾਦ ਉਮੀਦਵਾਰ, ਮੈਂ ਤੁਹਾਨੂੰ ਪਹਿਲਾਂ ਵੀ ਪ੍ਰਿਤਪਾਲ ਜੀ ਦੱਸਿਆ ਵੀ ਜਿਹੜੇ ਪਾਸੇ ਬਹੁਮਤ ਦਾ ਆਜ਼ਾਦ ਉਮੀਦਵਾਰ ਹੁੰਦਾ ਕੁਝ ਤਾਂ 2 ਜਣੇ ਆ, ਕੋਈ ਹੁਣ ਸਾਡੇ ਕੰਮ ਕਰਨ ਨਾ ਕਰਨ, ਪਾਣ ਨਾ ਪਾਣੇ ਦਾ ਅਸੀਂ ਆਪਦੀ ਹਿੰਮਤ ਨਾਲ ਪਾਣੇ ਆ, ਪਰ ਅਸੀਂ ਤਾਂ ਬਹੁਮਤ ਵਾਲੇ ਪਾਸੇ ਜਾਵਾਂਗੇ ਨਾ ਜੀ। ਮੱਟੂ ਜੀ, ਜਿਸ ਟਾਈਮ 15 ਅਪ੍ਰੈਲ ਨੂੰ ਪ੍ਰਧਾਨਗੀ ਦੀ ਚੋਣ ਹੁੰਦੀ ਹੈ, ਤੁਹਾਡੇ ਪਤਨੀ ਜੀ ਉੱਥੇ ਮੌਜੂਦ ਹੋਣਗੇ, ਤਾਂ ਉਸ ਟਾਈਮ ਤੁਸੀਂ ਮੌਜੂਦ ਸੀ? ਮੈਨੂੰ ਯਾਦ ਹੈ ਇੱਕ ਆਜ਼ਾਦ ਉਮੀਦਵਾਰ ਸ਼੍ਰੀ ਨੋਨਾ ਜੀ ਦੀ ਪਤਨੀ ਉਸ ਟਾਈਮ ਹਾਜ਼ਰ ਨਹੀਂ ਸੀ, ਤਾਂ ਤੁਸੀਂ ਉੱਥੇ ਵੋਟ ਕਿਹਨੂੰ ਪਾਈ, ਜਾਂ VOTING ਹੋਈ, ਜਾਂ ਉਸ ਦਾ ਪ੍ਰੋਸੈਸ ਕੀ ਰਿਹਾ, ਤੁਹਾਨੂੰ ਤੁਹਾਡੀ ਪਤਨੀ ਨੇ ਕਿਸ ਤਰ੍ਹਾਂ ਦੱਸਿਆ? ਦੇਖੋ ਜੀ, ਜਿਹੜੀ ਚੋਣ ਦਾ ਤੁਸੀਂ ਪ੍ਰਧਾਨਗੀ ਦੀ ਚੋਣ ਦਾ ਪ੍ਰੋਸੈਸ ਹੁੰਦਾ ਹੈ, ਉਹ ਕੀ ਹੁੰਦਾ ਹੈ ਕਿ ਪਹਿਲਾਂ ਉੱਥੇ MCਆਂ ਨੂੰ ਸਹੁੰ ਚੁਕਾਈ ਜਾਂਦੀ ਹੈ। ਜਿਹੜਾ ਕ੍ਰਿਮੀਨਲ ਬਣ ਕੇ ਆਉਂਦਾ ਹੈ ਉਹ ਪੁੱਛਦਾ ਵੀ ਸਾਨੂੰ ਤੁਸੀਂ ਪ੍ਰਧਾਨ ਦਾ ਨਾਂ ਦੱਸੋ। ਠੀਕ ਹੈ। ਤੇ ਜਿਹੜਾ ਪ੍ਰਧਾਨਗੀ ਦਾ ਦਾਅਵੇਦਾਰ ਹੁੰਦਾ, 2 ਗਰੁੱਪ ਹੋਣ, ਜੇ 2 ਗਰੁੱਪਾਂ ਦਾ ਪ੍ਰਧਾਨਗੀ ਦਾ ਦਾਅਵੇਦਾਰ ਹੁੰਦਾ ਹੈ, ਉਹ ਦੋਨੇ ਦਾਅਵੇਦਾਰਾਂ ਦਾ ਨਾਂ ਲਿੱਤਾ ਜਾਂਦਾ ਹੈ। ਜੇ 2 ਗਰੁੱਪ ਹੋਣ, ਠੀਕ ਹੈ, ਉਹ ਜਿਹੜੇ ਗਰੁੱਪ ਕਰਨੀ ਬਹੁਮਤ ਹੁੰਦਾ, ਜਿਹੜਾ ਕ੍ਰਿਮੀਨਲ ਬਣ ਕੇ ਆਉਂਦਾ ਕੋਈ ਵੀ ਅਫਸਰ, ਉਸ ਨੂੰ ਉਹ ਪ੍ਰਧਾਨਗੀ ਦੀ ਸਹੁੰ ਚੁਕਾ ਆਉਂਦਾ। ਠੀਕ ਹੈ। ਇੱਥੇ ਤਾਂ ਕੁਝ ਹੋਇਆ ਹੀ ਨਹੀਂ। ਇੱਥੇ ਦਾ ਕੀ ਹੋਇਆ, ਪਹਿਲਾਂ ਸਹੁੰ ਚੁਕਾਈ, ਚਾਹ ਪਿਆਈ, ਗੱਲਾਂ ਬਾਤਾਂ ਮਾਰੀ ਗਏ, ਉਹਨਾਂ ਨੂੰ ਕਹਿੰਦੇ ਹਾਂ ਵੀ ਦੱਸੋ ਮੈਨੂੰ ਪਾਵਰ ਦੇ ਦਿਓ, ਮੈਂ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦਿਆਂ। ਯਾਰ ਉਹ ਇਹ ਗੱਲਾਂ ਵੀ, ਮੈਂ ਜਿਹਨੂੰ ਮਰਜ਼ੀ MLA ਦੀ ਕੀ ਮਰਜ਼ੀ, ਮੈਂ ਕਿਹਨੂੰ ਮਰਜ਼ੀ ਪ੍ਰਧਾਨ ਬਣਾ ਦਿਆਂ। ਇਹਦੇ ਵਿੱਚ ਮੈਂ ਥੋੜਾ ਜਿਹਾ ਤੁਹਾਨੂੰ ਪਿੱਛੇ ਵੱਲ ਲੈ ਕੇ ਜਾਣਾ। ਮੇਰੀ ਖੁਦ ਦੀ ਗੱਲ ਹੋਈ ਸੀ ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਪਾਈ ਨਾਲ, ਜਦੋਂ ਇਹਨਾਂ 4 ਜਣਿਆਂ ਨੇ ਦਾਅਵੇਦਾਰੀਆਂ ਪੇਸ਼ ਕੀਤੀਆਂ ਸੀ, ਤਾਂ ਇਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ, ਮੈਂ ਹਰ ਬੰਦੇ ਦਾ ਪੱਖ ਜਾਣਿਆ, ਹਰ MC ਦਾ ਪੱਖ ਜਾਣਿਆ, ਔਰ ਉਹ ਜਿਹੜੀ ਰਿਪੋਰਟ ਹੈ ਇਹਨਾਂ ਨੇ ਮੰਤਰੀ ਸਾਹਿਬ ਨੂੰ ਬਠਿੰਡੇ ਪੇਸ਼ ਕੀਤੀ ਸੀ ਵੀ ਇਸ ਬੰਦੇ ਦੇ ਹੱਕ ਦੇ ਵਿੱਚ ਬੰਦੇ ਸਾਰੇ ਨਿਤਰੇ ਹਨ ਅਤੇ ਇਹਦੇ ਕੋਲ ਬਹੁਮਤ ਹੈ। ਜਿਹੜਾ ਉਹ ਉਸ ਟਾਈਮ ਉਹ ਨਾਮ ਨਹੀਂ ਸੀ ਅਨਾਉਂਸ ਹੋਇਆ। ਉਹਨਾਂ ਨੇ ਕਿਹਾ ਸੀ ਵੀ ਜੋ ਵੀ ਰਿਪੋਰਟ ਹੈ ਉਹ ਮੰਤਰੀ ਸਾਹਿਬਾਨ ਨੂੰ ਮੈਂ ਪੇਸ਼ ਦੇ ਦਿੱਤੀ ਹੈ, ਜੋ ਇਹਨਾਂ ਨਾਲ ਕੌਂਸਲਰ ਨਾਲ ਇੰਡੀਵਿਜੂਅਲ ਮੀਟਿੰਗ ਕਰਕੇ ਗਏ ਸਨ। ਮੈਨੂੰ ਹੋ ਸਕਦਾ ਕਿ ਤੁਹਾਡੇ ਨਾਲ, ਤੁਹਾਡੀ ਪਤਨੀ ਨਾਲ ਉਹਨਾਂ ਦੀ ਮੀਟਿੰਗ ਨਾ ਹੋਈ ਹੋਵੇ ਕਿਉਂਕਿ ਓਪੋਜੀਸ਼ਨ ਦੇ ਲੀਡਰ ਹੋ ਤੁਸੀਂ, ਠੀਕ ਹੈ ਜੀ। ਤਾਂ ਕੀ ਉੱਥੇ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਕੋਈ ਗੜਬੜ ਹੋਈ ਹੈ? ਦੇਖੋ ਜੀ, ਸਾਰੀ ਮੰਡੀ ਵਿੱਚ ਆਵਾਜ਼ ਵੀ ਕਸ਼ਮੀਰੀ ਲਾਲ ਪ੍ਰਧਾਨ ਬਣੂਗਾ, ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਕਸ਼ਮੀਰੀ ਲਾਲ ਬਣੂਗਾ। ਔਰ ਮੈਨੂੰ ਸੁਣਨ 'ਚ ਵੀ ਆਇਆ ਵੀ ਹਲਕਾ ਵਿਧਾਇਕ ਨੇ 1 ਘੰਟਾ ਪਹਿਲਾਂ ਕਿਹਾ ਵੀ ਕਸ਼ਮੀਰੀ ਲਾਲ ਤੂੰ ਤਿਆਰੀ ਕਰ, ਮੈਂ ਤੈਨੂੰ ਪ੍ਰਧਾਨ ਬਣਾਉਂਗਾ। ਇਹਦਾ ਘੰਟੇ ਵਿੱਚ ਕੋਈ ਗੜਬੜੀ ਹੋਈ ਹੈ। ਹੁਣ ਦੇਖੋ ਇਹ ਗੜਬੜੀ ਦਾ ਪ੍ਰਮਾਤਮਾ ਨੂੰ ਪਤਾ। ਜਾ ਦੇਖੋ ਉਹ ਤਾਂ ਚਲੋ ਜੋ ਜਿਸ ਨਾਲ ਹੋਇਆ ਜੀ ਉਹ ਜਾਣਦਾ, ਤਾਂ ਜਾਂ ਜਿਸ ਨੇ ਜੋ ਕੀਤਾ ਉਹ ਜਾਣਦਾ ਜੀ। ਤਾਂ ਹੁਣ ਮੁੱਕਦੀ ਗੱਲ ਇੱਥੇ ਕਿ ਸਰ ਜੇ ਮਤੇ ਨਹੀਂ ਪਾਸ ਹੁੰਦੇ, ਜਿਸ ਤਰ੍ਹਾਂ ਉਹਨਾਂ ਦਾ ਕਾਟੋ ਕਲੇਸ਼ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ, ਠੀਕ ਹੈ, ਕਾਂਗਰਸ ਦੇ 6 ਬੰਦੇ ਇੱਕ ਪਾਸੇ ਹੋ ਗਏ ਹਨ, 2 ਇੱਕ ਪਾਸੇ ਹਨ, ਔਰ 3 ਆਜ਼ਾਦ ਉਮੀਦਵਾਰ ਉਹਨਾਂ ਦੇ ਨਾਲ ਖੜੇ ਹਨ, 5 ਉਹ ਟੋਟਲ ਹੋ ਗਏ ਹਨ, 6 ਇੱਕ ਪਾਸੇ ਹਨ, ਤਾਂ 2 ਤੁਸੀਂ ਇੱਕ ਪਾਸੇ ਹੋ। ਤਾਂ ਸਰ ਜੇ ਕਾਟੋ ਕਲੇਸ਼ ਇਸ ਤਰ੍ਹਾਂ ਚੱਲਦਾ ਰਹਿੰਦਾ, ਉਹਨਾਂ ਦੀ ਪਟੀਸ਼ਨ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ, ਲੰਬਾ ਸਮਾਂ ਚੱਲਦਾ ਰਹਿੰਦਾ, ਗੁਨਿਆਣਾ ਦੇ ਵਿਕਾਸ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰ੍ਹਾਂ ਕਰਵਾਓਗੇ? ਵਿਕਾਸ ਤਾਂ ਤੁਹਾਡੀ ਗੱਲ ਜਮਾ ਜਾਇਜ਼ ਹੈ ਵੀ ਕਿਵੇਂ ਪੂਰੇ ਕਰਾਵਾਂਗੇ। ਦੇਖੋ ਵਿਕਾਸ ਕਾਰਜ ਤੇ ਕੰਮ ਤਾਂ ਦੇਖੋ ਬਹੁਮਤ ਨਾਲ ਹੀ ਹੋਣਗੇ, ਜਿਹੜੇ ਪਾਸੇ ਬਹੁਮਤ ਹੋਊਗਾ ਮਤੇ ਪਾਸ ਹੋਣਗੇ ਉਹੀ ਹੋਣਗੇ। ਇਹ ਅਸੀਂ ਜਿਹੜਾ ਇਹਨਾਂ ਨੂੰ ਸਮਰਥਨ ਦਿੱਤਾ, ਅਸੀਂ ਐਡੇ ਮੂਰਖ ਵੀ ਹੈ ਨਹੀਂ ਵੀ ਇਹ ਕਾਟੋ ਕਲੇਸ਼ ਲੰਬਾ ਚੱਲਦਾ ਗਿਆ ਅਸੀਂ ਮੰਡੀ ਦੇ ਕੰਮ ਰੋਕਾਂਗੇ।
ਅਸੀਂ ਅੱਜ ਮੇਰੀ ਈਓ ਸਾਹਿਬ ਨਾਲ ਗੱਲ ਹੋਈ ਹੈ, ਜੇਈ ਸਾਹਿਬ ਨਾਲ ਗੱਲ ਹੋਈ ਹੈ, ਉਹਨਾਂ ਨੂੰ ਕੱਲ੍ਹ ਅਸੀਂ ਟਾਈਮ ਲਿਆ ਹੈ। ਅਸੀਂ ਉਹਨਾਂ ਨੂੰ ਬੁਲਾਇਆ ਹੈ ਵੀ ਤੁਸੀਂ ਸਾਡੇ ਨਾਲ ਆ ਕੇ ਮੀਟਿੰਗ ਕਰੋ ਅੱਠਾਂ ਨਾਲ, ਆਪਾਂ ਜੋ ਮੰਡੀ ਦੇ ਕੰਮ ਹੈ, ਜੇ ਵਿਕਾਸ ਆ ਉਹਦੇ ਐਸਟੀਮੇਟ ਬਣਾ ਕੇ ਉਹਨੂੰ ਕੰਮ ਨੂੰ ਸਿਰੇ ਚੜਾਈਏ। ਤਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਰਮੇਸ਼ ਕੁਮਾਰ ਮੱਟੂ ਮੰਜੂ ਜੈਨ ਦੇ ਪਤੀ, ਜੋ ਮੰਜੂ ਜੈਨ ਕਾਉਂਸਲਰ ਹਨ, ਇਹਨਾਂ ਨੇ ਦੱਸਿਆ ਕਿ ਜੇ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਔਰ ਜੋ ਉਹਨਾਂ ਨੇ ਪਟੀਸ਼ਨ ਪਾਈ ਹੈ ਉਹ ਲੰਮਾ ਸਮਾਂ ਚੱਲਦੀ ਹੈ, ਤਾਂ ਅਸੀਂ ਜਿਹੜੇ 8 ਬੰਦੇ ਇੱਕ ਪਾਸੇ ਖੜੇ ਹਾਂ, ਅਸੀਂ ਪ੍ਰਸ਼ਾਸਨਿਕ ਰੂਪ ਦੇ ਵਿੱਚ ਕੁਝ ਕਾਰਵਾਈ ਕਰਕੇ ਜਾਂ ਈਓ ਸਾਹਿਬ ਨਾਲ ਗੱਲ ਕਰਕੇ ਜਾਂ ਜੇਈ ਸਾਹਿਬ ਨਾਲ ਗੱਲ ਕਰਕੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਾਂਗੇ। ਪ੍ਰਿਤਪਾਲ ਸਿੰਘ, ਗੁਰਨਾਣਾ ਮੰਡੀ।